ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ। ਜਿਉ ਜਲ ਭੀਤਰ ਪਦਮ ਥਿਤ, ਜਲ ਸਪਰਸ਼ ਨਹਿ ਤਾਹੀ। ਗਿਆਨੀ ਸ਼ਬਦਾਦਿਕ ਵਿਖੇ, ਭੋਗਤ ਪਰ ਨਾ ਲਿਪਾਹੀ। ਜਿਉ ਜਲ ਭੀਤਰ ਪਦਮ ਥਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਆਪਾਂ ਅਧਿਆਇ 11ਵਾਂ ਉਹਦੀ ਵਿਚਾਰ ਕਰ ਰਹੇ ਹਾਂ। 5-6 ਜਿਹੜੇ ਛੰਦ ਹੋ ਚੁੱਕੇ ਆ। ਅੱਜ 6ਵਾਂ ਅਧਿਆਇ, 6ਵਾਂ ਛੰਦ ਜਿਹੜਾ ਆਪਾਂ ਉਚਾਰਨ ਕਰਾਂਗੇ। ਦੋਹਰਾ। ਜਿਉਂ ਜਲ ਭੀਤਰ ਪਦਮ ਥਿਤ। ਕਹਿੰਦੇ ਜਿਵੇਂ ਜਲ ਦੇ ਭੀਤਰ ਦੇ ਵਿੱਚ ਪਦਮ ਜਿਹੜਾ ਕਮਲ ਫੁੱਲ ਆ, ਉਹ ਜਿਹੜਾ ਥਿਤ ਕਹੀਏ ਹੁੰਦਾ ਹੈ। ਹਾਂਜੀ, ਉਹ ਪਾਣੀ ਤੋਂ ਉੱਚਾ ਰਹਿੰਦਾ। ਜਲ ਸਪਰਸ਼ ਨਹਿ ਤਾਹੇ, ਅਤੇ ਜਲ ਜਾਂ ਪਾਣੀ ਆ ਉਸ ਨੂੰ ਤਾਹੇ ਕਹੀਏ, ਉਸ ਨੂੰ ਸਪਰਸ਼ ਛੂੰਹਦਾ ਨਹੀਂ। ਗੁਰਬਾਣੀ ਵਿੱਚ ਬਚਨ ਹੈ, ਜੈਸੇ ਜਲ ਮਹਿ ਕਮਲ ਨਿਰਾਲਮ, ਮੁਰਗਾਈ ਨੈ ਸਾਣੇ। ਜੋ ਕਮਲ ਰਹੇ ਵਿੱਚ ਪਾਣੀ ਹੈ, ਇਸ ਤਰ੍ਹਾਂ ਗੁਰਬਾਣੀ ਦੇ ਬਚਨ ਆਉਂਦੇ ਹੈ। ਗਿਆਨੀ ਸ਼ਬਦਾਦਿਕ ਵਿਖੇ, ਇਸੇ ਤਰ੍ਹਾਂ ਜਿਹੜਾ ਗਿਆਨੀ ਗਿਆਨਵਾਨ ਆ, ਆਤਮ ਗਿਆਨੀ ਆ, ਉਹ ਸ਼ਬਦ ਆਦਿ ਵਿਸ਼ਿਆਂ 'ਚ ਵਿਖੇ ਕਹੀਏ ਵਿਸ਼ਿਆਂ ਵਿੱਚ ਰਹਿੰਦਾ ਹੋਇਆ ਵੀ, ਭੋਗਤ ਪਾਵਨ ਭੋਗਦਾ ਹੋਇਆ, ਹਾਂਜੀ ਮਾਣਦਾ ਹੋਇਆ, ਰਹਿੰਦਾ ਹੋਇਆ ਵੀ, ਪਰ ਨਾ ਲਿਪਾਹੇ, ਇਹਨਾਂ ਵਿੱਚ ਪਰ ਕਹੀਏ ਫੇਰ ਵੀ ਉਹ ਲਿਪਾਏਮਾਨ ਨਹੀਂ ਹੁੰਦਾ, ਫਸਦਾ ਨਹੀਂ। ਠੀਕ ਹੈ ਜੀ। ਜਿਉਂ ਜਲ ਭੀਤਰ ਪਦਮ ਥਿਤ। ਜਿਉਂ ਦ੍ਰਿਸ਼ਟਾਂਤ ਦੇ ਕੇ ਸੰਤ ਜਨਾਂ ਦੀ ਜਿਹੜੀ ਨਿਰਲੇਪਤਾ ਨਾ, ਉਹਦਾ ਕਥਨ ਕਰਦੇ, ਸੰਤਾਂ ਦੀ ਮਹਿਮਾ ਕਰ ਰਹੇ ਸੀ। ਇਸ ਤਰ੍ਹਾਂ ਹੋਰ ਸੰਤਾਂ ਦਾ ਜੀਵਨ ਦੱਸਦੇ ਆ ਵੀ ਜਿਵੇਂ ਜਲ ਪਾਣੀ ਦੇ ਭੀਤਰ ਕਹੀਏ ਵਿੱਚ ਜੋ ਪਦਮ ਆ, ਭਾਵ ਕਮਲ ਫੁੱਲ ਆ, ਕਮਲ ਆ, ਹਾਂਜੀ ਉਹ ਥਿਤ ਕਹੀਏ ਸਥਿਤ ਹੁੰਦਾ, ਭਾਵ ਪਾਣੀ ਤੋਂ ਉੱਪਰ ਰਹਿੰਦਾ ਅਤੇ ਪਾਣੀ ਵਿੱਚ ਟਿਕਿਆ ਹੋਇਆ ਹੁੰਦਾ। ਜਲ ਸਪਰਸ਼ ਨਹਿ ਤਾਹੇ, ਤਾਹੇ ਕਹੀਏ ਉਸ ਕਮਲ ਫੁੱਲ ਨੂੰ, ਉਸ ਕਮਲ ਨੂੰ ਜਿਹੜਾ ਜਲ ਆ, ਪਾਣੀ ਆ, ਉਹ ਸਪਰਸ਼ ਛੂੰਹਦਾ ਨਹਿ ਕਹੀਏ ਨਹੀਂ ਹੈ। ਗਿਆਨੀ ਸ਼ਬਦਾਦਿਕ ਵਿਖੇ, ਇਸੇ ਤਰ੍ਹਾਂ ਜਿਹੜਾ ਗਿਆਨੀ ਆ, ਗਿਆਨਵਾਨ ਆ, ਮਹਾਤਮਾ, ਆਤਮ ਗਿਆਨੀ ਆ, ਉਹ ਜਿਹੜੇ ਸ਼ਬਦ ਆ, ਸ਼ਬਦ ਤੋਂ ਆਦਿ ਕਹੀਏ ਸਪਰਸ਼ ਰੂਪ ਰਸ ਗੰਧ, ਇਹ ਕੀ ਹੈ ਵਿਸ਼ੇ ਆ। ਇਹ ਵਿਸ਼ਿਆਂ ਨੂੰ ਭੋਗਤ ਕਹੀਏ ਭੋਗਦੇ ਹਨ, ਭੋਗਦੇ ਹੋਏ ਵੀ, ਭੋਗਦੇ ਹਨ ਅਤੇ ਭੋਗਦੇ ਹੋਏ ਵੀ ਉਹ ਇਹਨਾਂ ਵਿੱਚ ਲਿਪਾਏਮਾਨ ਨਹੀਂ ਹੁੰਦੇ। ਭੋਗਦੇ ਹਨ, ਪਰ ਦਾ ਅਰਥ ਪਾਰੀ ਲਾ ਲਓ ਜਾਂ ਫੇਰ ਲਾ ਲਓ, ਪਰ ਫੇਰ ਵੀ ਉਹ ਲਿਪਾਹੇ ਕਹੀਏ ਲਿਪਾਏਮਾਨ ਨਹੀਂ ਹੁੰਦੇ। ਗੁਰਬਾਣੀ ਵਿੱਚ ਬਚਨ ਹੈ, ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ। ਹਾਂਜੀ, ਜਿਵੇਂ ਕਮਲ ਵਿੱਚ, ਜਿਉਂ ਕਮਲ ਰਹੇ ਵਿੱਚ ਪਾਣੀ ਹੈ। ਮਤਲਬ ਗਿਆਨਵਾਨ ਮਹਾਤਮਾ ਜਨ ਵਿਸ਼ੇ ਰਸ ਤੋਂ ਰਹਿਤ ਹੋ ਕੇ ਭੋਗਾਂ ਨੂੰ ਭੋਗਦੇ ਹਨ। ਅਗਿਆਨੀ ਵਿਸ਼ੇ ਰਸ ਤੇ ਸਹਿਤ ਭੋਗਾਂ ਨੂੰ ਭੋਗਦੇ ਹਨ। ਜਿਹੜੇ ਅਗਿਆਨੀ ਆ ਉਹ ਵਿਸ਼ੇ ਰਸ ਦੇ ਸਹਿਤ ਭੋਗਦੇ ਆ, ਅਤੇ ਗਿਆਨੀ ਵਿਸ਼ੇ ਰਸ ਰਹਿਤ ਹੋ ਕੇ ਭੋਗਾਂ ਨੂੰ ਭੋਗਦੇ ਆ। ਮਤਲਬ ਪਰਮੇਸ਼ਰ ਦੇ ਦਿੱਤੇ ਸਰੀਰ ਕਰਕੇ ਜੋ ਸੋਤੇ ਸੇ ਦੀ ਕਿਰਿਆ ਉਹ ਕਰੀ ਜਾਂਦੇ ਆ, ਉਹਦੇ ਵਿੱਚ ਲਿਪਾਏਮਾਨ ਨਹੀਂ ਹੁੰਦੇ। ਗਿਆਨੀ ਭਾਵੇਂ ਕਿ ਸਾਰੇ ਆਪਾਂ ਬਣੇ ਫਿਰਦੇ ਹਾਂ, ਜਿਹਨੇ 4 ਅੱਖਰ ਸਿੱਖ ਲਏ ਉਹ ਵੀ ਗਿਆਨੀ, ਜਿਹੜਾ ਕਥਾ ਕਰਨ ਲੱਗ ਪਏ ਉਹ ਵੀ ਗਿਆਨੀ, ਸਾਰੇ ਗਿਆਨੀ ਵੱਜਦੇ ਆ। ਮਤਲਬ ਕਿਸੇ ਵੀ ਕੰਮ ਦਾ ਗਿਆਨ ਰੱਖਣ ਵਾਲਾ ਗਿਆਨੀ ਹੁੰਦਾ। ਇੱਥੇ ਆਤਮ ਗਿਆਨੀ, ਬ੍ਰਹਮ ਗਿਆਨੀ, ਉਹਦੀ ਜਿਹੜੀ ਵਿਚਾਰ ਹੈ, ਕਿਉਂਕਿ ਜਿਹੜਾ ਇੱਥੇ ਆ, ਜਿਹੜਾ ਬ੍ਰਹਮ ਹੈ ਨਾ, ਜਿਹੜਾ ਬ੍ਰਹਮ ਦਾ ਗਿਆਨ ਰੱਖਣ ਵਾਲਾ ਬ੍ਰਹਮ ਗਿਆਨੀ, ਉਹਦੀ ਗੱਲ ਹੈ। ਅੱਖਰਾਂ ਦਾ ਗਿਆਨੀ ਦੇ ਹਰ ਕੋਈ ਬਣ ਜਾਂਦਾ, ਉਹਦੀ ਇੱਥੇ ਗੱਲ ਨਹੀਂ।
ਗਿਆਨੀ ਸ਼ਬਦਾਦਿਕ ਵਿਖੇ, ਗਿਆਨੀ ਜਿਹੜੇ ਸ਼ਬਦ ਸਪਰਸ਼ ਰੂਪ ਰਸਕਾਂ ਦੇ ਜਿਹੜੇ ਵਿਸ਼ੇ ਆ ਉਹਨਾਂ ਵਿੱਚ ਭੋਗਤੇ ਗਈ, ਉਹਨਾਂ ਨੂੰ ਭੋਗਦੇ ਹੋਏ ਮਾਣਦੇ ਹੋਏ ਵੀ ਇਸ ਤਰ੍ਹਾਂ ਰਹਿੰਦੇ ਆ ਵੀ ਮਾਣਦੇ ਤੇ ਹੈ ਪਰ ਨਾ ਲਿਪਾਏ, ਪਰ ਫਿਰ ਹੀ ਉਹ ਲਿਪਾਏਮਾਨ ਨਹੀਂ ਹੁੰਦੇ। ਭਾਵ ਵੀ ਉਹਨਾਂ ਨੂੰ ਭੋਗਦਾ ਹੋਇਆ ਵੀ ਬ੍ਰਹਮ ਗਿਆਨੀ ਉਹਨਾਂ ਵਿੱਚ ਲੀਨ ਨਹੀਂ ਹੁੰਦਾ, ਮਸਤ ਨਹੀਂ ਹੁੰਦਾ। ਇਹ ਕਹਿਣ ਦਾ ਸਿਧਾਂਤ ਆ। ਘਰ ਸਨ ਛੇਦਨ ਦਹਿਨ ਮੈਂ, ਸੋਨੇ ਦਾ ਦ੍ਰਿਸ਼ਟਾਂਤ ਦੇ ਕੇ ਨਾ ਸੰਤ ਜਨਾਂ ਦੇ ਜੀਵਨ ਦੇ ਜਿਹੜੇ ਲੱਛਣ ਆ ਉਹ ਕਥਨ ਕਰ ਲੱਗੇ ਆ। ਘਰਸਣ ਨਾਮ ਦਾ ਘੜਨ ਕਰਕੇ, ਘੜਨ ਦਾ ਜਾਂ ਘਰਸਣ ਨਾਮ ਵੀ ਘਸਵੱਟੀ ਉੱਪਰ ਜਿਹੜੀ ਘਸਵੱਟੀ ਹੁੰਦੀ ਹੈ ਨਾ, ਘਸਵੱਟੀ ਉੱਪਰ ਘਸਾਉਣ ਕਰਕੇ, ਘਰਸਣ ਨਾਮ ਘਸਾਉਣ ਦਾ ਅਸਲ ਵਿੱਚ, ਜਾਂ ਘੜਨ ਦਾ ਜਾਂ ਘਸਾਉਣ ਦਾ। ਕਹਿੰਦੇ ਸੋਨੇ ਦਾ ਦ੍ਰਿਸ਼ਟਾਂਤ ਦਿੰਦੇ ਆ ਵੀ ਘਰਸਣ ਨਾਮ ਘਸਵੱਟੀ ਉੱਪਰ ਘਸਾਉਣ ਕਰਕੇ ਸੋਨੇ ਨੂੰ, ਛੇਦਨ ਨਾਮ ਕੱਟਣ ਕਰਕੇ, ਫਿਰ ਦਹਨ ਮੈਂ ਕਹੀਏ ਜਦੋਂ ਦਹਨ ਕਰਦੇ, ਭਾਵ ਦਹਨ ਕਰਦੇ ਤਾਂ ਉਹਨੂੰ ਸਾੜਦੇ ਅੱਗ ਵਿੱਚ ਸਾੜਨ ਕਰਕੇ, ਠੀਕ ਹੈ ਜੀ। ਅਤੇ ਅੱਗ ਵਿੱਚ ਸਾੜਨ ਕਰਕੇ ਜਾਂ ਅੱਗ ਮੈਂ ਦਹਨ ਮੈਂ ਕਹੀਏ ਅੱਗ ਦੇ ਵਿੱਚ, ਦਹਨ ਕਹੀਏ ਸਾੜਨ ਕਰਕੇ। ਕੰਚਨ ਦੁਖੇ ਨਾ ਐਸ, ਕਹਿੰਦੇ ਜਿਹੜਾ ਕੰਚਨ ਸੋਨਾ ਵਾ, ਐਸ ਕਹੀਏ ਇਸ ਤਰ੍ਹਾਂ, ਦੁਖੇ ਕਹੀਏ ਦੁਖਦਾ ਨਹੀਂ ਹੈ, ਉਹ ਦੁਖਦਾ ਨਹੀਂ ਹੈ। ਭਾਵ ਦੁੱਖ ਇਸ ਤਰ੍ਹਾਂ ਕਰਨ ਨਾਲ ਸੋਨਾ ਜਿਹੜਾ ਦੁੱਖ ਨਹੀਂ ਮੰਨਦਾ। ਗੁੰਜਨ ਸਮਤੋਲਨ ਹੋਂ ਤੇ ਪਾਰਾ, ਕਦੋਂ ਦੁੱਖ ਮੰਨਦਾ? ਕਹਿੰਦੇ ਜਿਹੜੀ ਗੁੰਜਨ ਨਾਮ ਰੱਤੀਆਂ ਦਾ ਹੈ, 8 ਚੌਲਾਂ ਦੀ ਇੱਕ ਰੱਤੀ ਹੁੰਦੀ ਅਤੇ ਉਹ ਰੱਤੀ ਦੇ ਕਹਿੰਦੇ ਸਮਾਨ, ਤੋਲਣ ਹੋ ਕਹੀਏ ਤੋਲਣ, ਤੇ ਕਹੀਏ ਤੋਂ ਜਾਂ ਤੇ ਕਹੀ ਕਰਕੇ, ਰੱਤੀਆਂ ਦੇ ਸਮਾਨ ਤੋਲਣ ਕਰਕੇ ਹਾਟਕ ਦੁੱਖ ਹੈ ਜੈਸ, ਜੈਸ ਕਹੀਏ ਜਿਸ ਤਰ੍ਹਾਂ, ਜਿਸ ਪ੍ਰਕਾਰ। ਹਾਟਕ ਕਹੀਏ ਸੋਨਾ ਦੁੱਖ ਦੁਖਦਾ ਹੈ ਨਾ, ਦੁੱਖ ਮੰਨਦਾ ਹੈ। ਉਹਨਾਂ ਉਹ ਘਸਣ ਕਰਕੇ, ਕੱਟਣ ਕਰਕੇ, ਅੱਗ ਵਿੱਚ ਪਾਉਣ ਕਰਕੇ, ਕਠਾਲੀ ਵਿੱਚ, ਇੰਨਾ ਦੁੱਖ ਨਹੀਂ ਮੰਨਦਾ ਸੋਨਾ। ਜਦੋਂ ਰੱਤੀਆਂ ਨਾਲ ਤੋਲਿਆ ਜਾਂਦਾ ਉਹ ਦੁੱਖ ਮੰਨਦਾ ਵੀ ਵੇਖੋ ਕੀ ਕੀਤਾ ਮੇਰੇ। ਐਸਾ ਹੋਰ ਕਿਸੇ ਤਰ੍ਹਾਂ ਦੁੱਖ ਨਹੀਂ ਮੰਨਦਾ। ਵੇਖੋ ਭਾਵ ਭਾਵੇਂ ਸੋਨੇ ਨੂੰ ਘੜਿਆ ਜਾਂਦਾ, ਕੱਟਿਆ ਸਾੜਿਆ ਜਾਂਦਾ, ਇਹਨਾਂ ਕਰਕੇ ਸੋਨਾ ਦੁਖੀ ਨਹੀਂ ਹੁੰਦਾ। ਜਦੋਂ ਕਾਲੇ ਮੁੱਖ ਵਾਲੀਆਂ ਕਾਲੀਆਂ ਰਤਕਾਂ, ਭਾਵ ਰੱਤੀਆਂ ਦੇ ਨਾਲ ਸੋਨੇ ਨੂੰ ਤੋਲਿਆ ਜਾਂਦਾ, ਤਦੋਂ ਸੋਨਾ ਦੁੱਖ ਮੰਨਦਾ ਕਿ ਮੈਂ ਵੇਖੋ ਇੰਨੀ ਕਸਵੱਟੀ ਸਹਾਰ ਕੇ ਗ੍ਰਾਹਕ ਦੇ ਪਹਿਨਣ ਲਈ ਗਹਿਣਾ ਰੂਪ ਬਣਿਆ ਹਾਂ, ਕਿੰਨੇ ਮੈਂ ਦੁੱਖ ਸਹੇ, ਪਰ ਇਹ ਤੁੱਛ ਜਿਹੜੀਆਂ ਰੱਤੀਆਂ ਮੇਰੇ ਬਰਾਬਰ ਤੁਲ ਰਹੀਆਂ, ਮਤਲਬ ਉਹਨਾਂ ਨਾਲ ਮੈਨੂੰ ਤੋਲਿਆ ਜਾ ਰਿਹਾ, ਉਹਨਾਂ ਦੀ ਕੀਮਤ ਮੇਰੇ ਤੋਂ ਵੱਧ ਹੋ ਰਹੀ, ਇਸ ਕਰਕੇ ਸੋਨਾ ਬਹੁਤ ਦੁਖੀ ਹੁੰਦਾ ਵੀ ਵੇਖੋ ਮੈਂ ਇੰਨੀ ਕੀਮਤ ਵਾਲਾ ਹਾਂ। ਉਹ ਰੱਤੀਆਂ ਕਿਸੇ ਕੰਮ ਦੀਆਂ ਨਹੀਂ ਆ, ਫਿਰ ਵੀ ਕਹਿੰਦੇ ਮੇਰੇ ਉਹਦੇ ਨਾਲ ਤੁਲਾਈ ਹੋ ਰਹੀ ਹੈ, ਤੋਲਿਆ ਜਾ ਰਿਹਾ ਮੈਂ। ਇਸ ਤਰ੍ਹਾਂ ਸੋਨਾ ਬਹੁਤ ਦੁਖੀ ਹੁੰਦਾ ਹੈ। ਗੁੰਜਨ ਕਾਲੇ ਮੂੰਹ ਵਾਲੀਆਂ, ਗੁੰਜਨ ਭਾਵ ਹੁੰਦਾ ਰੱਤੀਆਂ, ਅਤੇ ਉਹ ਕਾਲੇ ਮੂੰਹ ਵਾਲੀਆਂ ਹੁੰਦੀਆਂ ਰੱਤੀਆਂ, ਉਹ ਸੁਨਿਆਰੇ ਲੋਕਾਂ ਕੋਲ ਹੁੰਦੀਆਂ। ਇਹ ਜਿਹੜੇ ਗੁੰਜਨ ਰੱਤੀਆਂ ਨਾ ਸੁਨਿਆਰਿਆਂ ਕੋਲ ਆਉਂਦੀਆਂ, ਇੱਦਾਂ ਦੱਸੀਆਂ ਜਾਂਦੀਆਂ ਵਾ ਵੀ ਇਹ ਇੱਕ ਸਿਰਾ 'ਤੇ ਲਾਲ ਹੁੰਦਾ ਅਤੇ ਦੂਜਾ ਕਾਲਾ ਹੁੰਦਾ, ਅਤੇ ਸੋਹਣਾ ਵੇਖੋ ਕਿੰਨਾ ਲਿਸ਼ਕਦਾ, ਉਹਨੂੰ ਤੋਲਿਆ ਕਿੰਨਾ ਜਾਂਦਾ। ਹਾਂਜੀ, ਇਸੇ ਤਰ੍ਹਾਂ ਅਗਲੇ ਦੋਰੇ ਵਿੱਚ ਇਸ ਵਿਚਾਰ ਦਾ ਹੀ ਖੁਲਾਸਾ ਜਿਹੜਾ ਕਰਨ ਲੱਗੇ। ਤਨ ਦਾਹਨ ਛੇਦਨ ਵਿਪਤ, ਹੁਣ ਪਹਿਲਾਂ ਦ੍ਰਿਸ਼ਟਾਂਤ ਦਿੱਤਾ, ਹੁਣ ਦਾ ਦ੍ਰਿਸ਼ਟਾਂਤ ਦਿੰਦੇ ਆ। ਕਥਨ ਕਰਦੇ ਪੰਡਿਤ ਹਰਦਿਆਲ ਜੀ ਵੀ ਤਨ ਸੰਤ ਜਨਾਂ ਦੇ ਜਿਹੜੇ ਤਨ ਕਹੀਏ ਸਰੀਰ ਨੂੰ ਕੋਈ ਦਾਹਨ ਕਹੀਏ, ਸਾੜ ਨਾ ਕਰੇ ਅੱਗ ਦੇ ਨਾਲ, ਗੱਲਾਂ ਕਰਕੇ ਕਿਸੇ ਤਰ੍ਹਾਂ ਦੀ ਅੱਗ ਦੇ ਕੇ ਸਾੜ ਨਾ ਕਰੇ, ਦਾਹਨ ਨਾਮ ਸਾੜ ਨਾ ਕਰੇ ਸੰਤਾਂ ਦੇ ਸਰੀਰ ਨੂੰ। ਛੇਦਨ ਕਹੀਏ ਕੋਈ ਕਿਰਪਾਨ ਆਰੀ ਯਾਦ ਨਾਲ ਛੇਦਨ ਕੱਟ ਦੇਵੇ। ਹਾਂਜੀ, ਵਿਪਤ, ਫਿਰ ਉਹਨਾਂ ਨੂੰ ਕੋਈ ਉੱਪਰੋਂ ਵਿਪਤਾ ਆ ਪਵੇ, ਵਿਪਤ ਨਾ ਵਿਪਤਾ ਪਵੇ ਕੋਈ ਉਹਨਾਂ ਨੂੰ ਰੱਬ ਵੱਲੋਂ ਹੀ। ਨਹਿ ਐਸ ਦੁਖੈ ਸੰਤ, ਨਹਿ ਆਸ ਦੁਖੈ ਸੰਤ, ਆਸ ਕਹੀਏ ਇਸ ਤਰ੍ਹਾਂ ਇਸ ਪ੍ਰਕਾਰ
ਜਿਹੜੇ ਸੰਤ ਆ ਮਹਾਤਮਾ ਜਨ ਆ ਉਹ ਦੁਖਦੇ ਨਹੀਂ, ਦੁਖੀ ਨਹੀਂ ਹੁੰਦੇ। ਉਹਨਾਂ ਸਰੀਰ ਕੋਈ ਸਾੜ ਦੇਵੇ, ਕੱਟ ਦੇਵੇ, ਕੋਈ ਬਿਪਤਾ ਪੈ ਜੇ, ਦੁਖੀ ਨਹੀਂ ਹੁੰਦੇ। ਰੱਬ ਦਾ ਭਾਣਾ ਮੰਨਦੇ, ਤੇਰਾ ਕੀਆ ਮੀਠਾ ਲਾਗੈ। ਤੇ ਉਹ ਸ਼ਸਤਰ ਜਿਖਣ ਕਾਟ ਡਾਰਿਓ, ਤਿਲ ਨਾ ਦੀਨੋ ਦੋਸ, ਉਹ ਆਦ ਕੇ ਲੈ ਕਾਜ ਸਵਾਰਿਓ। ਸ਼ਸਤਰ ਜਿਖਣ ਕਾਟ ਡਾਰਿਓ, ਮਰਨਾ ਕੀਨੋ ਰੋਸ। ਗੁਰੂ ਸਾਹਿਬ ਜੀ ਦੇ ਬਚਨ ਆਉਂਦੇ ਪੰਜਵੇਂ ਪਾਤਸ਼ਾਹ ਦੇ। ਸ਼ਸਤਰਾਂ ਨਾਲ ਤਿੱਖਿਆ ਨਾਲ ਕੱਢ ਦਿੱਤਾ ਸੀ ਸੰਤਾਂ ਨੂੰ, ਉਹਨਾਂ ਮਨ 'ਚ ਰੋਸ ਨਹੀਂ ਸੀ ਕੀਤਾ। ਮਤਲਬ ਉਹ ਪਰਮੇਸ਼ਰ ਦੇ ਦਿੱਤੇ ਦੁੱਖਾਂ ਕਰਕੇ ਉਹ ਦੁੱਖ ਨਹੀਂ ਮੰਨਦੇ। ਪਰ ਵਿਖੇ ਸੰਗ ਤੇ ਜਿਉਂ ਦੁੱਖ ਹੈ, ਜਿਉਂ ਕਹੀਏ ਜਿਵੇਂ ਸੰਤ ਜਨ। ਵਿਖੇ ਕਹੀਏ ਵਿਸ਼ਿਆਂ ਤੋਂ, ਵਿਸ਼ਿਆਂ ਦੇ ਜਿਹੜੇ ਸੰਗ ਆ, ਸੰਬੰਧ ਆ, ਉਹ ਸੰਬੰਧ ਤੇ ਕਹੀਏ ਕਰਕੇ ਜਾਂ ਸੰਬੰਧ ਤੋਂ ਦੁਖੀ ਹੁੰਦੇ। ਜਿਵੇਂ ਉਹ ਕਹਿੰਦੇ ਵੀ ਸੰਤ ਕੱਟਣ ਸਾੜਨ ਨਾਲ, ਬਿਪਤਾ ਨਾਲ ਦੁੱਖ ਨਹੀਂ ਹੁੰਦੇ, ਦੁਖੀ ਨਹੀਂ ਹੁੰਦੇ ਇੰਨਾ, ਜਿਵੇਂ ਉਹ ਜਿੰਨਾ ਉਹ ਵਿਸ਼ਿਆਂ ਦੇ ਸੰਗ ਤੋਂ ਦੁਖੀ ਹੁੰਦੇ। ਵਿਖੇ ਅਸੰਤ ਕਰੰਤ, ਇਹੋ ਜਿਹਾ ਦੁੱਖ ਹੋਰ ਕਿਸੇ ਪ੍ਰਕਾਰ ਦਾ ਨਹੀਂ ਮੰਨਦੇ, ਕਿਉਂਕਿ ਵਿਖੇ ਕਹੀਏ ਵਿਸ਼ੇ, ਅਸੰਤ ਸੰਤਤਾਈ ਤੋਂ ਉਲਟ ਕਰ ਦਿੰਦੇ ਆ, ਨਾਸਤਕ ਕਰੰਤ ਕਰ ਦਿੰਦੇ। ਵਿਸ਼ੇ ਵਿਕਾਰ ਰਤਕਾਂ ਦੀ ਨਿਆਈ ਤੁਛ ਮਤ। ਹਾਂਜੀ, ਮਤਲਬ ਕਹਿੰਦੇ ਸੰਤ ਵੀ ਉਦੋਂ ਜਿਵੇਂ ਸੋਨਾ ਰਤੀਆਂ ਦੇ ਨਾਲ ਤੋਲਣ ਕਰਕੇ ਦੁੱਖ ਮਨਾਉਂਦਾ, ਸੰਤ ਵੀ ਉਦੋਂ ਦੁਖੀ ਹੁੰਦੇ ਜਦੋਂ ਵਿਸ਼ਿਆਂ ਦੇ ਸੰਗ ਹੋਵੇ ਨਾ, ਉਦੋਂ ਸੰਤ ਇਹਨਾਂ ਦੁਖੀ ਹੁੰਦੇ। ਜਾਂ ਵਿਖੇ ਸੰਗ, ਵਿਸ਼ਿਆਂ ਦਾ ਸੰਗ ਕਰਨ ਵਾਲੇ ਪੁਰਸ਼ਾਂ ਦੇ ਨਾਲ ਜਦੋਂ ਸੰਤਾਂ ਦੀ ਤੁਲਨਾ ਕਰ ਦਿੰਦੇ ਨਾ, ਉਹ ਬਾਬੇ ਵੀ ਇਹੋ ਜਿਹੇ ਹੀ ਆ, ਉਦੋਂ ਸੰਤ ਦੁਖੀ ਹੁੰਦੇ ਆ। ਉੱਦਾਂ ਕੱਟਣ ਸਾੜਨ ਨਾਲ, ਬਿਪਤਾ ਨਾਲ ਉਹ ਮਹਾਤਮਾ ਜਨ ਕਦੀ ਵੀ ਦੁਖੀ ਨਹੀਂ ਹੁੰਦੇ, ਕਿਉਂਕਿ ਵਿਸ਼ਿਆਂ ਦੇ ਸੰਗ ਕਰਨ ਕਰਕੇ ਜਿਹੜਾ ਜੀਵਨ ਬੇਕਾਰ ਹੋ ਜਾਂਦਾ, ਤਾਂ ਉਹ ਸੰਤ ਫਿਰ ਦੁਖੀ ਹੁੰਦੇ। ਕਿੰਨੀ ਕਮਾਈ ਕੀਤੀ ਹੁੰਦੀ ਆ, ਉਹ ਸਾਰੀ ਚਲ ਜਾਂਦੀ ਹੈ, ਕਿਉਂਕਿ ਸੰਤ ਤਾਂ ਦੁਖੀ ਹੁੰਦੇ ਆ। ਸੰਤ ਕਿਉਂਕਿ ਇਹ ਵਿਸ਼ੇ ਜਿਹੜੇ ਆ, ਇਹ ਬੰਦੇ ਨੂੰ ਦੁਰਾਚਾਰੀ ਬਣਾ ਦਿੰਦੇ ਆ। ਸ੍ਰਿੰਗੀ ਰਿਖੀ ਵੱਲ ਵੇਖੋ, ਅਜਾਮਲ ਵੱਲ ਵੇਖੋ, ਕਿੰਨਾ ਕਿਹੜਾ ਜੀਵਨ ਸੀ, ਸਭ ਬੇਕਾਰ ਹੋ ਗਿਆ ਸੀ। ਤਾਂ ਸੰਤ ਵਿਸ਼ਿਆਂ ਦੇ ਸੰਗ ਤੋਂ ਜਿਵੇਂ ਦੁਖੀ ਹੁੰਦੇ ਆ, ਕਿਉਂਕਿ ਵਿਸ਼ੇ ਜਿਹੜੇ ਆ ਉਹ ਚੰਗੇ ਚੰਗੇ ਸੰਤਾਂ ਨੂੰ ਅਸੰਤ ਕਰ ਦਿੰਦੇ, ਸੰਤਾਈ ਤੋਂ ਰਹਿਤ ਕਰ ਦਿੰਦੇ, ਉਲਟਾ ਕਰ ਦਿੰਦੇ ਅਤੇ ਨਾਸਤੇ ਕਰ ਦਿੰਦੇ, ਜੀਵਨ ਵਿਗਾੜ ਦਿੰਦੇ। ਭ੍ਰਮਰ ਕੇਤਕੀ ਫੂਲ ਪਰ ਦ੍ਰਿਸ਼ਟਾ ਦਿੰਦੇ ਹੈ। ਜਿਸ ਪ੍ਰਕਾਰ ਭ੍ਰਮਰ ਭੌਰਾ ਕੇਤਕੀ ਦੇ ਫੁੱਲਾਂ ਦੇ ਪਰ ਗਈ ਉੱਪਰ, ਉਸ ਦੇ ਕੰਡਿਆਂ ਦੇ ਨਾਲ ਖੰਡ ਮਾਨ ਪੀ ਸੋਚ, ਖੰਡ ਮਾਨ ਕੇ ਟੁਕੜੇ ਟੁਕੜੇ ਹੋਇਆ ਵੀ, ਖੰਡ ਮਾਨ ਪੀ ਸੋਭ ਪਾਠ, ਟੁਕੜੇ ਟੁਕੜੇ ਹੋਇਆ ਵੀ ਸੋਭ ਸੋਭਾ ਪਾਉਂਦਾ। ਭਾਵ ਕੰਡਿਆਂ ਵਿੱਚ ਖੁੱਭਿਆ ਹੋਇਆ ਵੀ ਉਸ ਦਾ ਤਿਆਗ ਨਹੀਂ ਕਰਦਾ, ਉਸ ਦੇ ਉੱਪਰ ਬੈਠਾ ਹੋਇਆ ਵੀ ਸੋਭਾ ਹੀ ਪਾਉਂਦਾ। ਭ੍ਰਮਰ ਕੇਤਕੀ ਫੂਲ ਪਰ, ਹਾਂਜੀ, ਭ੍ਰਮਰ ਨਾਮ ਹੁੰਦਾ ਭੌਰੇ ਦਾ, ਕੇਤਕੀ ਕੇਵੜੇ ਦੇ ਫੁੱਲ, ਕੇਤਕੀ ਦੇ ਫੁੱਲ ਪਰ। ਜਿਵੇਂ ਵੇਖੋ ਭੌਰੇ ਨੂੰ ਕੰਡਿਆਂ ਵਾਲੀ ਕੇਤਕੀ ਤੇ ਫੁੱਲਾਂ 'ਤੇ ਬੈਠਣਾ ਵੀ ਚੰਗਾ ਲੱਗਦਾ। ਖੰਡ ਮਾਨ ਪੀ ਸੋਭ, ਉਹ ਕੰਡਿਆਂ ਦਾ ਦਰਦ ਵੀ ਕਿਹੜੇ ਮੱਥੇ ਪ੍ਰਵਾਨ ਕਰਦਾ ਵਾ ਭੌਰਾ। ਖੰਡ ਮਾਨ ਪਾ ਟੋਟੇ ਟੋਟੇ ਹੋਇਆ ਵੀ ਸੋਭਾ ਪਾਉਂਦਾ ਹੈ। ਹਾਂਜੀ, ਭ੍ਰਮਰ ਕੇਤਕੀ ਫੂਲ ਵੀ ਜਿਸ ਤਰ੍ਹਾਂ ਵੇਖੋ ਭੌਰਾ ਵਾ, ਕੇਤਕੀ ਦੇ ਜਿਹੜੇ ਫੁੱਲ ਆ, ਉਸ ਫੁੱਲ ਦੇ ਪਰ ਕੇ ਉੱਪਰ ਖੰਡ ਮਾਣ ਕੇ ਟੁਕੜੇ ਟੁਕੜੇ ਹੋ ਜਾਂਦਾ ਹੈ। ਹਾਂਜੀ, ਤੇ ਪਰ ਫਿਰ ਵੀ ਉਹ ਉੱਤੇ ਉੱਡਦਾ ਹੀ ਰਹਿੰਦਾ ਹੈ। ਟੁਕੜੇ ਟੁਕੜੇ ਹੋਇਆ ਵੀ ਸੋਭ ਕਹੀਏ, ਟੁਕੜੇ ਟੁਕੜੇ ਹੋ ਜਾਂਦਾ, ਫਿਰ ਵੀ ਉਹ ਉੱਤੋਂ ਉੱਡਦਾ ਨਹੀਂ ਆ,
ਆ ਸੋਭਾ ਪਾਉਂਦਾ, ਆਪਣੀ ਜਾਨ ਦੇ ਦਿੰਦਾ ਪਰ ਉਹ ਤੋੜਦਾ ਨਹੀਂ। ਉਹਦਾ ਇੰਨਾ ਮਤਲਬ ਪ੍ਰੇਮ ਹੈ ਅਤੇ ਕੰਡਿਆਂ ਦਾ ਦਰਦ ਸਹਾਰਨਾ ਵੀ ਉਹ ਪ੍ਰਵਾਨ ਕਰਦਾ। ਤਿਉਂ ਗੁਣ ਕਰ ਜਿਹ ਚਿੱਤ ਢਪਿਓ, ਤਿਉਂ ਕਹੀਏ ਤਿਵੇਂ ਜਿਹੜੇ ਸ਼ੁਭ ਗੁਣ ਆ, ਦੈਵੀ ਗੁਣ ਆ, ਹਾਂਜੀ, ਉਹ ਦੈਵੀ ਗੁਣਾਂ ਨਾਲ ਜਿਸ ਦਾ ਚਿੱਤ ਦਿਲ ਢੱਕਿਆ ਗਿਆ ਹੈ। ਜੇ ਕਹੀਏ ਜਿਸ ਦਾ ਦੈਵੀ ਗੁਣਾਂ ਕਰਕੇ ਦਿਲ ਢਪਿਓ, ਕਹੀਏ ਢੱਕਿਆ ਗਿਆ ਹੈ, ਹਾਂਜੀ, ਤਿਹ ਨਾ ਦੋਖ ਕਰ ਖੋਬ, ਤਿਹ ਕਹੀਏ ਤਿਹ ਨਾ, ਤੇ ਕਹੀਏ ਉਸ ਨੂੰ ਜਿਹੜਾ ਦੋਸ਼ ਕਹੀਏ ਵਿਸ਼ੇ ਵਿਕਾਰ ਹੈ, ਉਸ ਨੂੰ ਵਿਕਾਰਾਂ ਦੇ ਦੁੱਖ ਕਰਕੇ ਕਿਸੇ ਤਰ੍ਹਾਂ ਦੀ ਖੋਭ ਨਹੀਂ ਹੁੰਦੀ, ਭਾਵ ਘਬਰਾਹਟ ਨਹੀਂ ਹੁੰਦੀ। ਖੋਭ ਦਾ ਅਰਥ ਹੁੰਦਾ ਘਬਰਾਹਟ, ਹਨ, ਅਤੇ ਇਸ ਨੂੰ ਦੋਸ਼ਾਂ ਕਰਕੇ ਵੀ ਖੋਭ ਘਬਰਾਹਟ ਨਹੀਂ ਹੁੰਦੀ। ਹਾਂਜੀ, ਕਿੱਦਾਂ ਨਹੀਂ ਹੁੰਦੀ ਵੀ ਜਿਸ ਤਰ੍ਹਾਂ ਇਹ ਭ੍ਰਮਰ ਕਹੀਏ ਭੌਰਾ ਜਿਹੜਾ ਵਾ ਉਹ ਕੇਤਕੀ ਦੇ ਫੁੱਲਾਂ ਉੱਪਰ ਖੰਡਮਾਨ ਟੋਟੇ ਟੋਟੇ ਹੋਇਆ ਵੀ ਉੱਪਰ ਸੋਭਾ ਪਾਉਂਦਾ, ਨਹੀਂ ਤਾਂ ਉੱਡਦਾ ਨਹੀਂ ਆ। ਹਾਂਜੀ, ਤਿਆਗ ਨਹੀਂ ਕਰਦਾ ਕੰਡਿਆਂ ਦਾ, ਕੰਡਿਆਂ ਵਿੱਚ ਖੁੱਭਿਆ ਹੋਇਆ ਵੀ। ਤਿਉਂ ਗੁਣ ਕਰ ਜੇ ਚਿੱਤ ਢਪਿਓ, ਤਿਵੇਂ ਕਹਿੰਦੇ ਜਿਸ ਮਹਾਤਮਾ ਸੰਤਾਂ ਦਾ ਹਿਰਦੇ ਵਿੱਚ ਗੁਣ ਆ, ਦੈਵੀ ਗੁਣ, ਦੇਵੀ ਗੁਣ ਭਰੇ ਹੋਏ ਨਾ, ਉਹ ਦੈਵੀ ਗੁਣਾਂ ਕਰਕੇ ਜਿਸ ਮਹਾਤਮਾ ਦਾ ਚਿੱਤ ਤਿਵੇਂ ਢਪਿਓ ਕਿ ਢੱਕਿਆ ਹੋਇਆ, ਤਾਂ ਸ਼ੁਭ ਗੁਣਾਂ ਨਾਲ ਭਰਪੂਰ ਹੈ ਜਿਹਦਾ ਹਿਰਦਾ ਸੰਤ ਮਹਾਤਮਾ ਦਾ, ਤਿਹ ਨਾ ਦੋਖ ਕਰ ਖੋਭ, ਤਿਹ ਕਹੀਏ ਉਸ ਨੂੰ ਜਾਂ ਤਿਸ ਮਹਾਤਮਾ ਨੂੰ ਦੋਖ ਜਿਹੜੇ ਦੋਸ਼ ਵਿਕਾਰ ਆ ਉਹਨਾਂ ਕਰਕੇ ਖੋਭ ਘਬਰਾਹਟ ਨਹੀਂ ਹੁੰਦੀ। ਭਾਵ ਤਿਸ ਮਹਾਤਮਾ ਨੂੰ ਕੋਈ ਦੁਸ਼ਟ ਪੁਰਖ ਦੋਸ਼ ਲਗਾਵੇ ਕਿ ਇਹ ਕੋਈ ਮਹਾਤਮਾ ਨਹੀਂ, ਪਖੰਡੀ ਹੈ, ਇਹ ਸੁਣ ਕੇ ਮਹਾਤਮਾ ਜਨਾਂ ਦੇ ਚਿੱਤ ਵਿੱਚ ਕੋਈ ਖੋਭ ਕਹੀਏ ਕਲੇਸ਼ ਨਹੀਂ ਹੁੰਦਾ। ਭਾਵ ਉਸ ਦੇ ਕਹਿਣ ਤੋਂ ਆਪਣੇ ਸ਼ੁਭ ਗੁਣ ਤਿਆਗ ਨਹੀਂ ਦਿੰਦੇ, ਸਗੋਂ ਗੁਣਾਂ ਕਰਕੇ ਹੋਰ ਸੋਭਾ ਪਾਉਂਦੇ ਹੈ, ਕਿਉਂਕਿ ਡੰਗ ਮਾਰਨ ਦਾ ਮੂਰਖਾਂ ਦਾ ਸੁਭਾਅ ਹੁੰਦਾ। ਗੁਰੂ ਸਾਹਿਬ ਜੀ ਬਚਨ ਕਰਦੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਕਬੀਰ ਸੰਤ ਨਾ ਛਾੜੈ ਸੰਤ ਹੀ, ਜਾਂ ਕੋਟ ਕੋ ਮਿਲੈ ਅਸੰਤ। ਦੁਸ਼ਟ ਕਿਰਿਆ ਦਰਸੇ ਨਹੀਂ, ਦੁਸ਼ਟ ਕਹੀਏ ਜਿਹੜੇ ਭੈੜੇ ਲੋਕ, ਜਿਨ੍ਹਾਂ ਦਾ ਇਸ਼ਟ ਭੈੜਾ, ਹਾਂਜੀ, ਭਾਵ ਉਹਨਾਂ ਦਾ ਗੁਰੂ ਵੀ ਇਹੋ ਜਿਹਾ ਹੁੰਦਾ ਜਿਹੋ ਜਿਹੀ ਉਹਨਾਂ ਦੇ ਆਪਣੀ ਸਿੱਖਿਆ ਹੁੰਦੀ। ਭੈੜੇ ਮਨੁੱਖਾਂ ਦੀ ਜਿਹੜੀ ਕਿਰਿਆ ਪ੍ਰਤੀਤ, ਹਾਂਜੀ, ਇਸ ਪ੍ਰਕਾਰ ਦਰਸੈ ਨਹੀਂ ਕਹੀਏ ਦਿਸਦੀ ਨਹੀਂ ਹੈ। ਜੈਸੇ ਜਲ ਮਹਿ ਰੇਖ, ਜੈਸੇ ਕਿ ਜਿਸ ਤਰ੍ਹਾਂ ਜਿਸ ਪ੍ਰਕਾਰ ਜਲ ਕਹੀਏ ਪਾਣੀ ਦੇ ਵਿੱਚ, ਜਲ ਮਹਿ ਪਾਣੀ ਵਿੱਚ, ਰੇਖ ਕਹੀਏ ਲਕੀਰ, ਤੁਰੰਤ ਉਸ ਪਾਣੀ ਵਿੱਚ ਹੀ ਲੀਨ ਹੋ ਜਾਂਦੀ। ਪਹਿਲੀ ਗੱਲ ਵੱਜਦੀ ਨਹੀਂ, ਉਹ ਮਾਰਾਂਗੇ ਨਾਲ ਹੀ ਮਿਟਦੀ ਹੈ। ਭਾਵ ਜਿਵੇਂ ਕੋਈ ਨੀਚ ਬੰਦਾ ਕੋਈ ਗਲਤ ਕੰਮ ਕਰਦਾ ਹੈ ਤਾਂ ਲੋਕ ਕਹਿੰਦੇ ਹਨ ਕਿ ਇਹ ਅੱਗੇ ਹੀ ਇਹੋ ਜਿਹਾ ਹੈ। ਜਿਵੇਂ ਕਾਲੇ ਭਾਂਡੇ ਉੱਪਰ ਹੋਰ ਕਾਲਖ ਲੱਗ ਜਾਵੇ ਤਾਂ ਉਸਦਾ ਪਤਾ ਹੀ ਨਹੀਂ ਲੱਗਦਾ, ਇਹੀ ਸੁਭਾਅ ਹੈ। ਠੀਕ ਹੈ ਜੀ। ਦੁਸ਼ਟ ਕਿਰਿਆ ਦਰਸੇ ਨਹੀਂ, ਦੁਸ਼ਟ ਜਿਹੜੇ ਭੈੜੇ ਲੋਕ ਆ ਨਾ, ਭੈੜੇ ਆਦਮੀ, ਕਲੰਕੀ ਲੋਕ ਆ, ਦੋਸ਼ਾਂ ਦੇ ਸਹਿਤ ਆ, ਖੋਟੇ ਲੋਕ ਆ, ਹਾਂਜੀ, ਦੁਰਜਨ ਲੋਕ ਆ। ਖੋਟੇ ਮਨੁੱਖ ਦਾ ਜਿਹੜੀ ਕਿਰਿਆ ਆ, ਨਿੱਤ ਦਾ ਕੰਮ ਆ, ਵਿਹਾਰ ਆ, ਉਹਦੇ ਕਹਿੰਦੇ ਵੀ ਕਿਸੇ ਨੂੰ ਵੀ ਦਰਸੇ ਨਹੀਂ, ਇੰਝ ਨਹੀਂ ਦਿਸਦਾ। ਦਰਸੇ ਦਾ ਅਰਥ ਦਿਸਦਾ, ਇੰਝ ਦਿਸਦਾ ਨਹੀਂ ਆ। ਕਿਵੇਂ? ਜੈਸੇ ਜਲ ਮਹਿ ਰੇਖ, ਜਿਵੇਂ ਕਿ ਪਾਣੀ, ਜਲ ਵਿੱਚ, ਪਾਣੀ ਵਿੱਚ ਲਕੀਰ ਜਿਹੜੀ ਆ, ਰੇਖਾ ਲਕੀਰ ਖਿੱਚੀ ਹੋਈ ਹੋਵੇ, ਉਹ ਨਹੀਂ ਦਿਸਦੀ। ਮਤਲਬ ਲੋਕ ਮੂਰਖ ਦੇ ਕੰਮ ਵੱਲ ਘੱਟ ਤਵੱਜੋ ਦਿੰਦੇ ਆ, ਕਿਉਂਕਿ ਉਹ ਜਾਣਦੇ ਆ ਵੀ ਇਹਦਾ ਨਿੱਤ ਦਾ ਹੀ ਕੰਮ ਆ। ਹਾਂਜੀ, ਕਾਲੇ ਭਾਂਡੇ ਉੱਪਰ ਜਿਵੇਂ ਕਾਲਖ ਲੱਗ ਜਾਵੇ ਉਹਦਾ ਪਤਾ ਨਹੀਂ ਲੱਗਦਾ। ਇਸੇ ਤਰ੍ਹਾਂ ਜਿਹੜੀ ਪਾਣੀ ਵਿੱਚ ਲੀਹ ਖਿੱਚੀ ਰਹਿੰਦੀ ਆ ਅਤੇ ਹਾਂਜੀ, ਪਾਣੀ 'ਚ ਲੀਹ ਖਿੱਚੀ ਹੁੰਦੀ ਆ, ਉਹ ਦਿਖਦੀ ਦੁਖਦੀ ਨਹੀਂ ਹੈ, ਉਸ ਵੇਲੇ ਮਿਟ ਜਾਂਦੀ। ਸੰਤ ਕਿਰਿਆ ਅਤਿ ਅਲਪ ਪੀ, ਦੁਸ਼ਟ ਦੀ ਕਿਰਿਆ ਲੋਕਾਂ ਨੂੰ ਦਿਖਦੀ ਨਹੀਂ ਆ। ਅਤੇ ਦੱਸਣ ਲੱਗੇ ਵੀ ਸੰਤ ਕਿਰਿਆ ਅਤਿ ਅਲਪ ਪੀ, ਸੰਤ ਜਿਹੜੇ ਮਹਾਤਮਾ ਜਨਾਂ ਦੀ ਕਿਰਿਆ ਆ
ਹਾਂਜੀ, ਉਹਨਾਂ ਦਾ ਕੋਈ ਕੰਮ ਆ, ਉਹ ਭਾਵੇਂ ਅੱਤ ਕਹੀਏ ਅਤਿਅੰਤ ਅਲਪ ਕਹੀਏ ਛੋਟਾ ਜਿਹਾ ਵੀ ਹੋਵੇ ਨਾ, ਸੰਤ ਜਨਾਂ ਦੀ ਜਿਹੜੀ ਕਿਰਿਆ ਕੰਮ ਆ ਉਹ ਛੋਟਾ ਜਿਹਾ ਵੀ ਕਿਤੇ ਕੀਤਾ ਹੋਇਆ ਹੋਵੇ ਨਾ, ਸਿਲਾ ਰੇਖ ਜਿਉਂ ਦੇਖ, ਉਸ ਨੂੰ ਇਸ ਤਰ੍ਹਾਂ ਦੇਖ ਕਹੀਏ ਦੇਖਣਾ ਕਰਦੇ ਹਨ ਲੋਕ, ਜਿਉਂ ਦੇਖ ਕਹਿੰਦੇ ਉਸ ਨੂੰ ਤਾਂ ਇਸ ਤਰ੍ਹਾਂ ਜਿਹੜੇ ਲੋਕ ਆ ਨਾ ਦੇਖ ਦੇਖ ਕੇ ਦੇਖਣਾ ਕਰਦੇ ਆ, ਜਿਉਂ ਸਿਲਾ ਰੇਖ, ਜਿਉਂ ਕਹੀਏ ਜਿਵੇਂ ਸਿਲਾ ਪੱਥਰ 'ਤੇ ਰੇਖ ਕੇ ਲਕੀਰ ਹੁੰਦੀ, ਭਾਵ ਵੀ ਜਦੋਂ ਤੱਕ ਪੱਥਰ ਰਹੇਗਾ ਤਦੋਂ ਤੱਕ ਉਹ ਲਕੀਰ ਉਵੇਂ ਉਕਰੀ ਰਹੇਗੀ, ਤਿਵੇਂ ਜਦ ਤੱਕ ਜ਼ਮੀਨ ਸਮਾਨ ਰਹਿਣਗੇ ਤਦੋਂ ਤੱਕ ਸੰਤ ਜਨਾਂ ਦੀ ਗੱਲ ਭੁੱਲੇਗੀ ਨਹੀਂ, ਲੋਕ ਸਦੀਆਂ ਤੱਕ ਯਾਦ ਰੱਖਣਗੇ। ਅਥਵਾ ਵੀ ਤਿਵੇਂ ਸੰਤ ਜਨਾਂ ਦਾ ਬੁਰਾ ਕਰਮ ਬਹੁਤ ਛੋਟਾ ਜਿਹਾ ਵੀ ਕਿਉਂ ਨਾ ਹੋਵੇ, ਸੰਤ ਦੀ ਕਿਰਿਆ ਅਲਪਾਤ ਛੋਟੀ ਜਿਹੀ ਕਿਉਂ ਨਾ ਹੋਵੇ, ਕੋਈ ਲੱਗੇ ਵੀ ਇੱਕ ਬੁਰਾ ਕੰਮ ਹੋ ਰਿਹਾ ਤਦ ਵੀ ਉਹ ਪੱਥਰ ਦੀ ਲਕੀਰ ਵਾਂਗ ਦਿਸਦਾ ਰਹਿੰਦਾ ਲੋਕਾਂ ਨੂੰ, ਜਿਵੇਂ ਚਿੱਟੇ ਕੱਪੜੇ ਉੱਪਰ ਕਾਲਾ ਦਾਗ ਦੂਰੋਂ ਹੀ ਦਿਸਣ ਲੱਗ ਜਾਂਦਾ ਹੈ। ਇਉਂ ਸੰਤ ਜਨਾਂ ਦੀ ਐਸੀ ਗੱਲ ਨੂੰ ਲੋਕ ਸਦੀਆਂ ਤੱਕ ਨਹੀਂ ਭੁੱਲਦੇ ਕਿ ਫਲਾਣੇ ਸੰਤ ਨੇ ਆਹ ਬਹੁਤ ਮਾੜਾ ਕੰਮ ਕਰਿਆ ਸੀ, ਉਹ ਸਾਧੂ ਵਾਲਾ ਲਿਬਾਸ ਪਹਿਨ ਕੇ ਸਾਧੂ ਦਾ ਬਣ ਗਿਆ ਪਰ ਉਹਦਾ ਮਨ ਨਾ ਸਾਧੂ ਬਣਿਆ। ਹਾਂਜੀ, ਮਤਲਬ ਦੁਸ਼ਟ ਤਾਂ ਰੋਜ਼ ਹੀ ਗੰਦ ਪਾਉਣ 'ਤੇ ਦਿਖਦਾ ਨਹੀਂ ਲੋਕਾਂ ਨੂੰ, ਪਾਣੀ ਦੀ ਲਕੀਰ ਵਾਂਗ। ਸੰਤਾਂ ਮਹਾਤਮਾ ਤੋਂ ਕਿਤੇ ਭੁੱਲਣ ਅੰਦਰ ਸਭ ਕੋ ਆ, ਭੁੱਲ ਗੁਰੂ ਕਰਤਾਰ, ਗੁਰੂ ਅਤੇ ਕਰਤਾਰ ਪਰਮੇਸ਼ਰ ਨਹੀਂ ਭੁੱਲਦੇ, ਬਾਕੀ ਸਾਰੇ ਭੁੱਲ ਜਾਂਦੇ, ਕਿਉਂਕਿ ਸੰਤ ਸਤਿਗੁਰੂ ਦੀ ਕਿਰਪਾ ਨਾਲ ਬਣਿਆ ਜਾਂਦਾ, ਭਾਵੇਂ ਕਿ ਸੰਤ ਗੋਬਿੰਦ ਇੱਕੋ ਹੀ ਹੈ, ਪਰ ਫਿਰ ਵੀ ਉਹ ਗੁਰੂ ਸਾਹਿਬ ਨੇ ਵਡਿਆਈ ਦਿੱਤੀ ਆ, ਖਾਲਸਾ ਮੇਰਾ ਰੂਪ ਹੈ ਖਾਸ, ਪਰ ਅਸੀਂ ਖਾਲਸਾ ਗਲਤੀਆਂ ਕਰ ਸਕਦੇ ਹਾਂ, ਗੁਰੂ ਸਾਹਿਬ ਨਹੀਂ ਗਲਤੀ ਕਰਦੇ ਕਦੀ, ਠੀਕ ਹੈ ਨਹੀਂ, ਕਿਉਂਕਿ ਖਾਲਸੇ ਦੇ ਪ੍ਰਤੱਖ ਪ੍ਰਮਾਣ ਮਿਲਦੇ ਆ। ਗੁਰੂ ਸਾਹਿਬ ਜੀ ਨੇ ਕਿਹਾ ਸੀ ਵੀ ਅਨੰਦਪੁਰ ਸਾਹਿਬ ਤੋਂ ਨਹੀਂ ਜਾਣਾ, ਪਰ ਖਾਲਸਾ ਕਹਿੰਦੇ ਸੀ ਮਹਾਰਾਜ ਜਾਣਾ ਹੀ ਜਾਣਾ, ਅਤੇ ਉਹ ਇੱਕ ਗਲਤੀ ਹੋਈ ਸੀ ਨਾ, ਭਾਵੇਂ ਕਿ ਗੁਰੂ ਸਾਹਿਬ ਦੇ ਭਾਣੇ ਵਿੱਚ ਹੀ ਆ, ਪਰ ਸਤਿਗੁਰੂ ਨੇ ਆਪਣੇ ਉੱਪਰ ਦੋਸ਼ ਨਹੀਂ ਲਿਆ, ਨਾ ਗੁਰੂ ਉੱਪਰ ਕੋਈ ਦੋਸ਼ ਹੁੰਦਾ ਹੀ। ਇਸੇ ਤਰ੍ਹਾਂ ਸੰਤਾਂ ਦੀ ਪਰਮੇਸ਼ਰ ਵੱਲੋਂ ਕੋਈ ਪ੍ਰਾਰਬਧ ਕਰਕੇ ਕਿਰਿਆ ਆਤ ਛੋਟੀ ਵੀ ਹੋ ਜਾਵੇ ਇੱਧਰ ਉੱਧਰ, ਅਤੇ ਜਿਵੇਂ ਸਿਲਾ ਰੇਖ ਪੱਥਰ 'ਤੇ ਰੇਖਾ ਹੁੰਦੀ ਹੈ ਨਾ, ਇਵੇਂ ਲੋਕ ਦੇਖ ਕੇ ਇਹ ਦੇਖਣਾ ਕਰਦੇ, ਭੰਡੀ ਕਰਨੀ ਸ਼ੁਰੂ ਕਰਦੇ, ਧੂਈ ਫਿਰਦੇ, ਬਾਣਾ ਪਾ ਲਿਆ, ਆਹ ਕਰ ਲਿਆ, ਜੇ ਕਰ ਲਿਆ, ਹੱਦ ਹੋ ਗਈ, ਇਹਨਾਂ ਬਾਬਿਆਂ ਨੇ ਬੇੜਾ ਗਰਕ ਕਰਤਾ, ਸੋ ਵਿਚਾਰ ਕਈ ਗੱਲਾਂ ਲੋਕ ਕਰਦੇ। ਚੰਦਨ ਸੀਤਲ ਲੋਕ ਮੈਂ, ਇਸ ਦੋਰੇ ਵਿੱਚ ਚੰਦਨ ਅਤੇ ਚੰਦਰਮਾ ਦਾ ਦ੍ਰਿਸ਼ਟਾਂਤ ਦੇ ਕੇ ਸਤ ਸੰਗਤ ਦੀ ਮਹਿਮਾ ਕਥਨ ਕਰਨਗੇ ਕਿ ਆਈ ਜਾਏਗਾ ਸੱਸ ਸੀਤ। ਚੰਦਨ ਸੀਤਲ ਲੋਕ ਮੈਂ ਕਹਿੰਦੇ ਇਸ ਲੋਕ ਮੈਂ, ਇਸ ਲੋਕ ਦੇ ਵਿੱਚ, ਇਹ ਸੰਸਾਰ ਦੇ ਵਿੱਚ, ਭਾਵ ਮਾਤ ਲੋਕ ਦੇ ਵਿੱਚ ਜਿਹੜਾ ਬਾਵਨ ਚੰਦਨ ਆ ਉਹ ਬਹੁਤ ਹੀ ਸੀਤਲ ਕਹੀਏ, ਸੀਤਲ ਠੰਡਾ ਠੰਡਕ ਦੇਣ ਵਾਲਾ ਮੰਨਿਆ। ਚੰਦਨ ਤੇ ਸਸ ਸੀਤ, ਕਿਉਂਕਿ ਇਹ ਬਹੁਤ ਠੰਡਾ ਮੰਨਿਆ, ਕਿਉਂਕਿ ਜਦੋਂ ਇਸ ਨੂੰ ਘਸਾ ਕੇ ਸਰੀਰ ਦੇ ਅੰਗਾਂ ਉੱਪਰ ਲਗਾਇਆ ਜਾਵੇ ਤਾਂ ਸਾਰੇ ਸਰੀਰ ਵਿੱਚ ਸੀਤਲਤਾ ਪੈਦਾ ਕਰ ਦਿੰਦਾ ਚੰਦਨ। ਪਹਿਲਾਂ ਲੋਕ ਲਾਉਂਦੇ ਹੁੰਦੇ ਸੀ ਵਿਆਹ ਸ਼ਾਦੀਆਂ ਤੋਂ ਪਹਿਲਾਂ, ਹੁਣ ਲੋਕਾਂ ਦੇ ਪੱਲੇ ਇਹ ਕੁਝ ਨਹੀਂ, ਸੈਂਟ ਸੂਟ ਲੋਕ ਲੈ ਆਉਂਦੇ, ਪਰਫਿਊਮ ਲੈ ਆਉਂਦੇ। ਚੰਦਨ ਤੇ ਸਸ ਸੀਤ, ਫਿਰ ਕਹਿੰਦੇ ਉਸ ਬ੍ਰਹਿਮੰਡ ਮੰਡਲ ਦੇ ਵਿੱਚ ਜਿਹੜਾ ਚੰਦਨ ਤੇ ਕਈ, ਚੰਦਨ ਤੋਂ ਜਾਂ ਚੰਦਨ ਤੇ ਕਹੀਏ ਨਾਲੋਂ ਸੱਸ ਜਿਹੜਾ ਚੰਦਰਮਾ ਬਹੁਤ ਸੀਤ ਕਹੀਏ ਠੰਡਾ ਮੰਨਿਆ, ਕਿਉਂਕਿ ਚੰਦਰਮਾ ਚੰਦਨ ਨਾਲੋਂ ਬੇਅੰਤ ਗੁਣਾ ਸੀਤਲ ਹੈ, ਪਰ ਜਦੋਂ ਚੜ੍ਹਦਾ ਹੈ ਤਾਂ ਸਾਰੇ ਸੰਸਾਰ ਵਿੱਚ ਠੰਡ ਪਾ ਦਿੰਦਾ ਹੈ। ਚੰਦਰਮਾ ਚੰਦਨ ਨਾਲ ਬੇਅੰਤ ਗੁਣਾ ਸੀਤਲ ਹੈ, ਜਦੋਂ ਚੜ੍ਹਦਾ ਹੈ ਤਾਂ ਸਾਰੇ ਸੰਸਾਰ ਵਿੱਚ ਠੰਡ ਪਾ ਦਿੰਦਾ। ਜਿਹੜੀਆਂ ਰਾਤਾਂ ਵਿੱਚ ਚੰਦਰਮਾ ਚੜ੍ਹਿਆ ਹੋ, ਗਰਮੀ ਵਿੱਚ ਹੀ ਉਹ ਰਾਤ ਠੰਡੀ ਹੁੰਦੀ ਹੈ, ਜਦੋਂ ਚੰਦਰਮਾ ਅਲੋਪ ਹੋ ਜਾਂਦਾ ਉਹਨਾਂ ਰਾਤਾਂ 'ਚ ਵੀ ਬਹੁਤ ਗਰਮੀ ਪੈਂਦੀ। ਚੰਦਰਮਾ ਵੀ ਠੰਡ ਬਖਸ਼ਦਾ ਹੈ, ਕਿਉਂਕਿ ਸੂਰਜ ਸਵੇਰੇ ਬਥੇਰੀ ਤਪਸ਼ ਦਿੰਦਾ ਹੈ ਖੇਤੀਆਂ ਨੂੰ, ਬਨਸਪਤੀ ਨੂੰ, ਰਾਤ ਚੰਦਰਮਾ ਦੀ ਵਾਰੀ ਆ ਜਾਂਦੀ ਠੰਡ ਦੇਣ ਨੂੰ, ਕਿਉਂਕਿ ਠੰਡ ਗਰਮੀ ਦੋਵੇਂ ਚੀਜ਼ਾਂ ਜ਼ਰੂਰੀ ਹੈ ਬੰਦੇ ਨੂੰ, ਜਿਵੇਂ ਇਸੇ ਤਰ੍ਹਾਂ ਬਨਸਪਤੀ ਨੂੰ। ਚੰਦਨ ਚੰਦਰ ਹੈ ਜੁਗਲ, ਜੁਗਲ 'ਤੇ
ਕਹਿੰਦੇ ਪਰ ਇਹ ਵੇਖੋ ਕਿੰਨੇ ਠੰਡੇ ਮੰਨੇ। ਪਰ ਚੰਦਰ ਹੈ ਕਹੀਏ ਚੰਦਰਮਾ ਅਤੇ ਚੰਦਨ, ਇਹਨਾਂ ਜੁਗਲ ਕਹੀਏ ਦੋਨਾਂ ਤੇ ਕਹੀਏ ਤੋਂ 100 ਗੁਣਾ ਸੀਤਲ ਸਾਧ ਸੰਗ ਨੀਤ ਹੈ। 100 ਗੁਣਾ ਅਦਕ ਪਾਬਿਆੰਤੀ, ਜਿਹੜੀ ਸਾਧ ਸੰਗ ਆ, ਸੰਤ ਜਨਾਂ ਦੀ ਸੰਗਤ ਆ, ਸੰਤਾਂ ਦੀ ਸੰਗਤ ਆ, ਉਹ ਨੀਤ ਕਹੀਏ ਨਿਤਾ ਪ੍ਰਤੀ, ਸੀਤਲ ਕਹੀਏ ਠੰਡਕ ਦੇਣ ਵਾਲੀ। ਸੰਸਕ੍ਰਿਤੀ ਸ਼ਲੋਕਾਂ ਵਿੱਚ ਮਹਾਰਾਜ ਬਚਨ ਕਰਦੇ, ਨਹਿ ਸੀਤਲੰ ਚੰਦਰ ਹੈ ਦੇਵ ਹੈ, ਨਹਿ ਸੀਤਲੰ ਬਾਵਨ ਚੰਦਨ ਹੈ, ਨਹਿ ਸੀਤਲੰ ਸੀਤ ਰੁਤੇਨ, ਨਾਨਕ ਸੀਤਲੰ ਸਾਧ ਸਵਜਨ। ਹਾਂਜੀ, ਸੀਤਲ ਕੌਣ? ਸਾਧੂ ਜਨ, ਪਰਮੇਸ਼ਰ ਤੇ ਜਨ, ਸੱਜਣ ਪਰਮੇਸ਼ਰ ਦੇ, ਸਾਧੂਆਂ ਦੇ ਸੱਜਣ, ਸਭ ਆਪ ਸਤਸੰਗੀ। ਨਾ ਤੇ ਸੀਤਲ ਚੰਦਰਮਾ ਦੇਵਤਾ ਹੈ, ਨਾ ਸੀਤਲ ਬਾਵਨ ਚੰਦਨ ਹੈ, ਨਾ ਸੀਤਲ ਜਿਹੜੀ ਠੰਡ ਦੀ ਰੁੱਤ ਪੋਹ ਮਾਘ ਦੀ, ਇਹ ਵੀ ਨਹੀਂ ਠੰਡੀ ਨਹੀਂ ਆ, ਸੰਤ ਜ਼ਿਆਦੇ ਠੰਡੇ। ਬਹੁਤ ਸੋਹਣਾ ਇਹ ਪ੍ਰਮਾਣ ਜਿਹੜਾ ਦਿੱਤਾ ਹੈ। ਚੰਦਰਮਾ ਚੰਦਨ ਭਾਵੇਂ ਦੋਵੇਂ ਕਹਿੰਦੇ, ਦੋਵੇਂ ਹੀ ਠੰਡੇ ਮੰਨੇ ਆ ਸੰਸਾਰ ਵਿੱਚ, ਪਰ ਸੰਤ ਜਿਹੜੇ ਸੰਤ ਆ, ਸੰਤਾਂ ਦੀ ਸੰਗਤ ਆ, ਉਹ ਸੀਤਲ ਨੀਤ ਹਮੇਸ਼ਾ ਹੀ ਆ। ਹਾਂਜੀ, ਉਹ ਹਮੇਸ਼ਾ ਹੀ ਠੰਡੇ। ਦੋਹਰਾ ਏਕ ਪੁੱਤਰ ਗੁਣਵਾਨ ਸੁਭ, ਕਹਿੰਦੇ ਭਾਵ ਇੱਕ ਪੁੱਤਰ ਹੋਵੇ ਉਹ ਚੰਗਾ, ਉਹ ਕਿਸੇ ਕੰਮ ਨਹੀਂ ਹੈ। ਉਹ ਕੰਮ ਹੈ, ਉਹ ਕੰਮ ਨਹੀਂ ਹੈ ਜਿਹੜਾ ਕੁਝ ਕਰਕੇ ਰਾਜੀ ਨਹੀਂ ਹੈ। ਕਿਉਂਕਿ ਰਾਵਣ ਵਰਗਿਆਂ ਦੇ ਵੇਖੋ 1 ਲੱਖ ਪੂਤ 1.25 ਲੱਖ ਨਾਤੀ, ਕੀ ਹਾਲ ਹੋਇਆ ਸੀ। ਬਹੁਤਿਆਂ ਦੀ ਲੋੜ ਨਹੀਂ ਹੈ। ਹਾਂਜੀ, ਤੇ ਇਸ ਪ੍ਰਕਾਰ ਏਕ ਪੁੱਤਰ ਗੁਣਵਾਨ ਸੁਭ, ਕਹਿੰਦੇ ਗੁਣਵਾਨ ਅਕਲ ਵਾਲਾ ਸਮਝਦਾਰ ਇੱਕੋ ਹੀ ਪੁੱਤਰ, ਸੁਭ ਕਹੀਏ ਚੰਗਾ, ਸੋਹਣਾ, ਸ੍ਰੇਸ਼ਟ। ਹਾਂਜੀ, 100 ਸੁਤ ਆਗੁਣ ਅਗੁਣ ਅਕਾਮ, ਪਰ ਕਹਿੰਦੇ 100 ਸੁਤ ਕਹੀਏ ਪੁੱਤਰ ਹੋਵੇ, ਔਗੁਣ ਕਹੀਏ ਔਗੁਣਾ ਵਾਲਾ ਹੋਵੇ, ਬੇਅਕਲਾ ਬੇਸਮਝ ਮੂਰਖ ਨਲਾਇਕ, ਉਹ ਅਕਾਮ, ਉਹ ਕੰਮ ਤੋਂ ਰਹਿਤ। ਉਹ ਕਿਸ ਕੰਮ? ਭਾਵ ਜਿਹੜਾ ਸਾਰੀ ਕੋਹਲੀ ਡੋਬ ਦਿੰਦੇ ਆ, ਉਹ ਕਿਸ ਕੰਮ ਨੂੰ? ਜਿਹੜਾ ਕੁੱਲ ਨੂੰ ਤਾਰ ਦਿੰਦਾ, ਉਹਦੇ ਕੋਈ ਪੁੱਤਰ ਚੰਗਾ। ਅਤੇ 100 ਪੁੱਤਰ ਕਿਸ ਕੰਮ ਆ? 1 ਲੱਖ ਪੂਤ 1.25 ਲੱਖ ਨਾਤੀ, ਇੱਕ ਹੀ ਸੱਸ ਤਮ ਕੋ ਹਰੈ। ਕਹਿੰਦੇ ਦੇਖੋ ਇੱਕੋ ਚੰਦਰਮਾ, ਸੱਸ ਕਹੀਏ ਚੰਦਰਮਾ, ਇੱਕ ਹੀ ਚੰਦਰਮਾ ਤਮ ਕਹੀਏ ਰਾਤ ਦੇ ਹਨੇਰੇ ਨੂੰ, ਹਰੇ ਕਹੀਏ ਦੂਰ ਕਰਦਾ। ਹਾਂਜੀ, ਤਾਰੇ ਕੋਟ ਕਿਸੇ ਕਾਂ, ਪਰ ਆਕਾਸ਼ ਵਿੱਚ ਤਾਰੇ ਕਰੋੜ ਕੀ ਕਰੋੜਾਂ ਹੀ ਆ। ਉਹ ਕਿਸੇ ਕਹੀਏ ਕਿਸ ਕੰਮ ਹੈ? ਕਿਸ ਕੰਮ ਆ? ਉਹ ਕੰਮ ਤੋਂ ਰਹਿਤ ਹੀ ਆ, ਉਹਨਾਂ ਦਾ ਕੋਈ ਫਾਇਦਾ ਨਹੀਂ ਜੀ। ਏਕ ਸੱਸ ਹੀ ਤਮ ਕੋ ਹਰਿ, ਏਕ ਪੁੱਤਰ ਗੁਣਵਾਨ ਸੋ। ਗ੍ਰਹਿਸਥੀ ਮਨੁੱਖ ਦੇ ਜੀਵਨ ਬਾਰੇ ਦੱਸਦੇ ਆ ਵੀ ਗ੍ਰਹਿਸਥੀ ਆ, ਇੱਕ ਪੁੱਤਰ ਹੀ ਹੋਵੇ, ਗੁਣਵਾਨ ਹੋਵੇ, ਤੇ ਉਹ ਸ਼ੁਭ ਕਹੀਏ ਸ੍ਰੇਸ਼ਟ, ਚੰਗਾ ਆ। 100 ਸੁਤ ਔਗੁਣ ਅਕਾਮ, ਜੇ 100 ਪੁੱਤਰ ਆ, ਸੁਤ ਕਹੀਏ 100 ਪੁੱਤਰ ਆ, ਔਗੁਣ ਔਗੁਣਾ ਵਾਲਾ, ਗੁਣਾ ਤੋਂ ਹੀਣ ਆ, ਉਪੱਦਰ ਕਰਨ ਵਾਲਾ, ਝਗੜੇ ਪਾਉਣ ਵਾਲਾ, ਸਿਰ ਪਟਾਉਣ ਵਾਲਾ, ਸਾਡਾ ਵੀ ਆਪਣਾ ਵੀ। ਅਕਾਮ, ਉਹ ਕਿਸ ਕੰਮ ਹੈ? ਉਹਦੇ ਅਕਾਮ ਹੀ ਹੈ, ਨਿਕੰਮਾ ਹੀ ਹੈ, ਕੰਮ ਤੋਂ ਰਹਿਤ ਵਿਅਰਥ ਹੀ ਹੈ, ਇਹ ਕੰਮ ਨਹੀਂ ਹੈ। ਇੱਕ ਸੱਸ ਹੀ ਤੇ ਤਮ ਕੋ ਹਰੈ, ਦ੍ਰਿਸ਼ਟਾਂਤ ਵੀ ਕਥਨ ਕੀਤਾ ਨਾਲ, ਜਿਸ ਪ੍ਰਕਾਰ ਇੱਕੋ ਹੀ ਕਹਿੰਦੇ ਏਕ ਹੀ ਸੱਸ, ਪਾਠ ਸ਼ੁੱਧ, ਇੱਕ ਸੱਸ ਹੀ ਪਾਠ ਨਹੀਂ ਸ਼ੁੱਧ, ਇੱਕ ਹੀ ਸੱਸ ਇਹ ਪਾਠ ਸ਼ੁੱਧ। ਠੀਕ ਹੈ ਜੀ, ਇੱਕ ਹੀ ਸੱਸ ਜੋ ਪਹਿਲਾਂ ਕੀਤਾ, ਇੱਕ ਸੱਸ ਹੀ ਇਹ ਪਾਠ ਨਹੀਂ ਸ਼ੁੱਧ। ਅਰਥ ਭਾਵੇਂ ਉਹੀ ਬਣਦਾ, ਪਰ ਇੱਕ ਹੀ ਸੱਸ ਇਹ ਪਾਠ ਕਰਨਾ। ਇੱਕ ਹੀ ਸੱਸ ਭਾਵ ਇੱਕ ਹੀ ਚੰਦਰਮਾ। ਵੇਖੋ ਕਹਿੰਦੇ ਪ੍ਰਕਾਸ਼ਮਾਨ ਆਕਾਸ਼ ਹੁੰਦਾ ਆ, ਤੇ ਤਮ ਕੋ ਕਹੀਏ ਰਾਤ ਦੇ ਜਿਹੜੇ ਹਨੇਰੇ ਨੂੰ ਹਰੇ ਕਹੀਏ ਦੂਰ ਕਰ ਦਿੰਦਾ, ਨਾਸ਼ ਕਰ ਦਿੰਦਾ। ਜਦੋਂ ਚੰਦਰਮਾ ਨਹੀਂ ਚੜ੍ਹਦਾ, ਤਦੋਂ ਵੇਖੋ ਚੜ੍ਹੇ ਹੋਏ ਹੁੰਦੇ ਆ ਕੀ ਤਾਰੇ ਕੋਟ, ਕਰੋੜਾਂ ਤਾਰੇ, ਅਤੇ ਉਹ ਕਿਸ ਕੰਮ ਆ?
ਹਾਂਜੀ, ਉਹ ਰਾਤ ਦਾ ਹਨੇਰਾ ਨਹੀਂ ਨਾ ਦੂਰ ਕਰ ਸਕਦੇ। ਇਸੇ ਪ੍ਰਕਾਰ ਹੀ ਚੰਦਰਮਾ ਵੱਤ ਇੱਕੋ ਹੀ ਸ੍ਰੇਸ਼ਟ ਪੁੱਤਰ ਆਪਣੇ ਕੁਲਾਂ ਦਾ ਉਧਾਰ ਕਰ ਦਿੰਦਾ, ਅਤੇ ਤਾਰਿਆਂ ਦੇ ਨਿਆਈ 100 ਔਗੁਣਾਂ ਵਾਲੇ ਪੁੱਤਰ ਕਿਸ ਕਾਮਿਆਂ ਉਹ ਆਪ ਵੀ ਡੁੱਬ ਜਾਂਦੇ ਹੈ, ਆਪਣੇ ਕੁੱਲਾਂ ਵੀ ਡੋਬ ਦਿੰਦੇ ਹੈ। ਕਿਉਂਕਿ ਗੁਰੂ ਸਾਹਿਬ ਦਾ ਬਚਨ ਹੈ, ਆਪ ਡੁੱਬੇ ਸਭ ਕੁੱਲ ਡੋਬੇ, ਕੂੜ ਬੋਲ ਬਿਖ ਖਾਵਣਿਆ, ਆਪ ਡੁੱਬੇ ਕਟੰਬ ਸਿਉ ਸਗਲੇ ਕੁੱਲ ਡੁਬੇਨ। ਅਤੇ ਇੱਧਰੋਂ ਜਿਹੜਾ ਇੱਕ ਪੁੱਤਰ ਗੁਣਵਾਨ ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇੱਕੋ ਪੁੱਤਰ ਪ੍ਰਹਿਲਾਦ ਜਨ ਕੇ 21 ਕੁਲ ਉਧਾਰੇ। ਪ੍ਰਹਿਲਾਦ ਇੱਕੋ ਹੀ ਪੁੱਤਰ ਸਪੂਤ ਹੋਇਆ, ਦੈਂਤ ਵੀ ਤਾਰ ਦਿੱਤੇ ਜਿਹਨਾਂ ਨੂੰ ਕੋਈ ਤਾਰ ਨਹੀਂ ਸੀ ਸਕਦਾ। ਠੀਕ ਹੈ ਜੀ, ਇੱਕ ਪੁੱਤਰ ਦੀ ਏਡੀ ਵੱਡੀ ਗੱਲ ਹੈ। ਚੰਗਾ ਹੋਣਾ ਚਾਹੀਦਾ, ਇੱਕੋ ਹੀ ਪੁੱਤ ਜੰਮੇ, ਚੰਗਾ ਜੰਮੇ, ਨਹੀਂ ਤਾਂ ਕੋਈ ਫਾਇਦਾ ਨਹੀਂ। ਅੰਮ੍ਰਿਤ ਰਸ ਵਿਦਵਾਨ ਕੋ ਵਿਦਵਾਨ, ਭਾਵ ਬ੍ਰਹਮ ਵਿਦਿਆ ਪੜ੍ਹਨ ਵਿਚਾਰਨ ਵਾਲੇ ਗਿਆਨਵਾਨ ਪੁਰਖ ਨੂੰ ਜੋ ਅੰਮ੍ਰਿਤ ਕਹੀਏ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਜੋ ਬ੍ਰਹਮਾਨੰਦ ਰੂਪੀ ਰਸ ਪ੍ਰਾਪਤ ਹੋਇਆ ਹੈ, ਜਾਣਤ ਇੱਕ ਵਿਦਵਾਨ, ਉਸ ਰਸ ਨੂੰ ਇੱਕ ਵਿਦਵਾਨ ਗਿਆਨ ਪੁਰਖ ਹੀ ਜਾਣਤ ਕਹੀਏ ਜਾਣ ਸਕਦਾ ਹੈ। ਕਿਉਂਕਿ ਉਸ ਨੂੰ ਕਿਤਨਾ ਕੁ ਆਨੰਦ ਪ੍ਰਾਪਤ ਹੋਇਆ ਇਹ ਤਾਂ ਉਹੀ ਜਾਣਦਾ। ਬ੍ਰਹਮ ਗਿਆਨੀ ਕੀ ਗਾਤ ਬ੍ਰਹਮ ਗਿਆਨੀ ਜਾਣੇ। ਮੂਰਖ ਨੂੰ ਮੂਰਖ ਸਮਝ ਸਕਦਾ ਹੈ, ਅਤੇ ਸਿਆਣਿਆਂ ਨੂੰ ਸਿਆਣੇ ਸਮਝ ਸਕਦੇ ਆ, ਗਿਆਨੀਆਂ ਨੂੰ ਗਿਆਨੀ ਸਮਝ ਸਕਦੇ ਆ। ਨਹੀਂ ਤਾਂ ਝਗੜੇ ਪੈਂਦੇ ਰਹਿੰਦੇ, ਗਿਆਨੀ ਦੀ ਕੁਝ ਬੋਲਣ ਦੀ ਗੱਲ ਹੁੰਦੀ ਹੈ ਤਾਂ ਪਿੰਡ ਪੁੰਡ ਵਾਲੇ ਕੀ ਉਸੇ ਵੇਲੇ ਦਿਵਾਲੇ ਹੋ ਜਾਂਦੇ, ਆਹ ਕੀ ਬੋਲਤਾ, ਇਹ ਤਾਂ ਹੈ ਹੀ ਨਹੀਂ, ਇੱਦਾਂ ਉੱਦਾਂ ਤੁਸੀਂ ਕੀ ਪ੍ਰਚਾਰ ਕਰਦੇ। ਕਿਉਂਕਿ ਉਹਦੀ ਮੱਤ ਨਹੀਂ ਹੈਗੀ ਕਿਸ ਪੱਖ ਨਾਲ ਗੱਲ ਕੀਤੀ, ਇਹ ਤਾਂ ਗੱਲ ਸਹੀ ਕਿ ਨਹੀਂ ਸਹੀ। ਉਹਦੀ ਜਿੰਨੀ ਕੁ ਮੱਤ ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤਹਿ ਤੇਤੀ, ਜਿੰਨੀ ਕੁ ਅਕਲ ਬੁੱਧ ਆ ਉਨੀ ਕੁ ਗੱਲ ਕਰੂਗਾ। ਹਾਂਜੀ, ਅੰਮ੍ਰਿਤ ਰਸ ਵਿਦਵਾਨ ਕੋ, ਵਿਦਿਆ ਪੜ੍ਹਾਈ, ਵਿਦਵਾਨ ਵਿਦਿਆ ਵਾਲਾ। ਸੌਖਾ ਜਿਹਾ ਅਰਥ ਅੰਮ੍ਰਿਤ ਰਸ ਵਿਦਵਾਨ ਕੋ, ਵਿਦਿਆ ਪੜ੍ਹਾਈ, ਵਿਦਵਾਨ ਜਿਹੜਾ ਵਿਦਿਆ ਵਾਲਾ ਵਾ, ਉਹ ਵਿਦਵਾਨ ਨੂੰ ਕਹਿੰਦੇ, ਵਿਦਵਾਨ ਨੂੰ ਹੀ ਜਿਹੜੀ ਹੈ ਪੜ੍ਹਾਈ ਵਿਦਿਆ ਦਾ ਅੰਮ੍ਰਿਤ ਰਸ ਆਉਂਦਾ ਹੈ, ਅੰਮ੍ਰਿਤ ਵਰਗਾ ਰਸ ਆਉਂਦਾ। ਜਾਣਤ ਕੋ ਇੱਕ ਜਾਣਤ ਇੱਕ ਵਿਦਵਾਨ, ਇੱਕ ਵਿਦਵਾਨ ਹੀ ਇਸ ਗੱਲ ਨੂੰ ਜਾਣ ਸਕਦਾ ਹੈ। ਕਈ ਪਾਠ ਤੇ ਇੱਦਾਂ ਕਰ ਦਿੰਦੇ ਆ ਵੀ ਜਾਣਤ ਕੋ ਇੱਕ ਵਿਦਵਾਨ, ਜਾਣਤ ਕੋ ਇੱਕ ਵਿਦਵਾਨ, ਕੋਈ ਇੱਕ ਪਾਠ ਕਰ ਦਿੰਦੇ ਵੀ ਜਾਣਦਾ ਕੋਈ ਇੱਕ ਦਾ ਵਿਦਵਾਨ। ਕੋਈ ਇੱਕ ਦਾ ਅਰਥ ਬਣਨਾ ਕੋਈ ਇੱਕ ਵਿਦਵਾਨ ਹੀ ਜਾਣਦਾ ਇਸ ਗੱਲ। ਪਰ ਜਿਵੇਂ ਆਪਾਂ ਪਾਠ, ਇਹ ਵੀ ਪਾਠ ਕੋਈ ਇੱਕ ਪਾਠ, ਦੂਜਾ ਪਾਠ ਆ, ਪਹਿਲਾ ਪਾਠ ਜਿਹੜਾ ਇਹੀ ਰੱਖਣਾ ਇੱਕ ਹੀ, ਉਹ ਜਾਣਤ ਇੱਕ ਕੋਈ ਇੱਕ ਵਿਦਵਾਨ, ਪਾ ਜਾਣਦਾ ਕੋਈ ਵਿਦਵਾਨ ਹੀ। ਹਾਂਜੀ, ਇਹ ਤਾਂ ਇੱਕ ਦਾ ਅਰਥ ਇੱਕ ਵਿਦਵਾਨ ਪੁਰਖ ਹੀ ਜਾਣ ਸਕਦਾ, ਅਰਥ ਦੋਵੇਂ ਬੰਨੇ ਲੱਗ ਜਾਂਦਾ ਵਧੀਆ। ਅੰਮ੍ਰਿਤ ਰਸ ਵਿਦਵਾਨ ਕੋ, ਵਿਦਵਾਨ ਕੌਣ ਹੈ? ਬ੍ਰਹਮ ਵਿਦਿਆ ਪੜ੍ਹਨ ਵਾਲੇ, ਵਿਚਾਰਨ ਵਾਲੇ, ਜਿਹੜੇ ਗਿਆਨਵਾਨ ਆ ਨਾ, ਵਿਦਵਾਨ ਆ। ਉਹ ਵਿਦਵਾਨ ਨੂੰ ਕਹਿੰਦੇ ਜਿਹੜਾ ਅੰਮ੍ਰਿਤ ਭਾਵ ਮ੍ਰਿਤੂ ਤੋਂ ਰਹਿਤ ਕਰਨ ਵਾਲਾ, ਉਹ ਕੀ ਬ੍ਰਹਮਾਨੰਦ, ਬ੍ਰਹਮਾਨੰਦ ਹੀ ਆ। ਉਹ ਬ੍ਰਹਮਾਨੰਦ ਰੂਪੀ ਜਿਹੜਾ ਰਸ ਆ, ਵਿਦਿਆ ਦਾ ਰਸ ਆ, ਉਸ ਵਿਦਿਆ ਦੇ ਰਸ ਨੂੰ, ਬ੍ਰਹਮਾਨੰਦ ਦੇ ਰਸ ਨੂੰ ਇੱਕ ਵਿਦਵਾਨ ਗਿਆਨਵਾਨ ਪੁਰਖ ਹੀ ਜਾਣ ਸਕਦਾ। ਉਹੀ ਜਾਣ ਸਕਦਾ, ਉਹੀ ਜਾਣਦਾ, ਹੋਰ ਨਹੀਂ ਜਾਣ ਸਕਦਾ। ਰੰਭਾ ਭੋਗਨ ਤੇ ਜੋ ਸੁਖ, ਹੁਣ ਦ੍ਰਿਸ਼ਟਾਂਤ ਦਿੰਦੇ ਆ ਗੱਲ ਸਪਸ਼ਟ ਕਰਨ ਲਈ। ਕਹਿੰਦੇ ਜਿਸ ਪ੍ਰਕਾਰ ਜਿਹੜੀ ਰੰਭਾ ਅਪਸਰਾ ਹੈ ਸਵਰਗ ਦੀ, ਉਹਦੇ ਨਾਲ ਭੋਗਣ ਕਹੀਏ, ਭੋਗ ਵਿਲਾਸ ਕਰਨ ਤੇ ਭੋਗ ਵਿਲਾਸ ਕਰਨ ਤੋਂ ਜੋ ਕਹੀਏ, ਜੋ ਜਿਹੜਾ ਸੁੱਖ ਆਨੰਦ ਪ੍ਰਾਪਤ ਹੋਣਾ ਹੈ, ਜਾਣਿਆ ਸਕਰ ਨ ਆਨ, ਉਹ ਸਕਰ ਕਹੀਏ ਇੰਦਰ ਤੋਂ ਬਿਨਾਂ ਕਹੀਏ ਆਣ, ਸਕਰ ਪਰ ਇੰਦਰ ਤੋਂ ਬਿਨਾਂ ਆਣ ਕਹੀਏ ਹੋਰ ਕੋਈ ਨਹੀਂ ਜਾਣੇ ਕਹੀਏ ਜਾਣਦਾ, ਜਾਣ ਸਕਦਾ। ਉਹਦਾ ਸੁੱਖ ਇੰਦਰ ਹੀ ਜਾਣਦਾ, ਬਾਕੀ ਕੀ ਜਾਣ ਸਕਦਾ?
ਰੰਬਾ ਭੋਗਣ ਤੇ ਜੋ ਸੁਖ। ਕਹਿੰਦੇ ਜੋ ਸੁਖ ਰੰਬਾ ਅਪਸਰਾ ਜਿਹੜੀ ਉਹਨੂੰ ਭੋਗਣ ਤੇ ਜੋ ਸੁਖ ਮਿਲਦਾ, ਜਾਣਿਆ ਸਾਕਰ ਨਾ ਆ। ਉਹਨੂੰ ਸਾਕਰ ਕਹੀਏ ਅੰਦਰ ਦੇਵਤਾ ਹੀ ਜਾਣਦਾ, ਨਾ ਆ ਹੋਰ ਨਹੀਂ ਕੋਈ ਜਾਣ ਸਕਦਾ, ਕਿਉਂਕਿ ਉਹਨੂੰ ਵੀ ਪਤਾ ਕੀ ਸੁਖ ਹੈ। ਸਭ ਸ਼ਾਸਤਰ ਮੈਂ ਚਤਰ ਪੀ। ਭਾਵੇਂ ਕੋਈ ਕਹਿੰਦੇ ਮਨੁੱਖ ਸਭ ਕਹੀਏ ਸਾਰੇ ਸ਼ਾਸਤਰਾਂ ਦੇ ਵਿੱਚ, ਭਾਵ ਧਾਰਮਿਕ ਗ੍ਰੰਥ ਹਿੰਦੂ ਮਤ ਦੇ 6 ਸ਼ਾਸਤਰ ਹੀ ਮੰਨੇ, ਵਿਸ਼ੇਸ਼ਕ ਸਾਂਖ ਨਾਇਬ ਯੋਗ ਦਰਸ਼ਨ ਮੀਮਾਂਸਾ ਵਿਦਾਂਤ। ਕਹਿੰਦੇ ਮਤਲਬ 6 ਸ਼ਾਸਤਰ ਜਾਂ ਧਾਰਮਿਕ ਗ੍ਰੰਥ, ਸਾਰੇ ਧਾਰਮਿਕ ਗ੍ਰੰਥਾਂ ਵਿੱਚ ਜਾਂ 6 ਸ਼ਾਸਤਰਾਂ ਵਿੱਚ ਚਤਰ ਕਹੀਏ ਨਿਪੁੰਨ ਸਿਆਣਾ, ਪੀ ਕਹੀਏ ਵੀ ਹੋਵੇ ਮਨੁੱਖ ਕੋਈ, ਚਤੁਰ ਵੇਦ ਥਿਤ ਵਾਗ। ਫਿਰ ਜਿਹੜੇ ਚਤੁਰ ਵੇਦ 4 ਵੇਦ ਆ, ਸਾਮ ਰਿਕ ਜਜਰ ਅਥਰਵਣ, ਵੀ ਜਿਸ ਦੀ ਵਾਕ ਕਹੀਏ ਬਾਣੀ ਬੋਲੀ ਦੇ ਵਿੱਚ ਥਿਤ ਸਥਿਤ ਹੋਣ, ਭਾਵ ਚਾਰੇ ਵੇਦ ਵੀ ਜਿਸ ਨੂੰ ਜ਼ੁਬਾਨੀ ਕੰਠ ਹੋਣ, ਅਤੇ 6 ਸ਼ਾਸਤਰਾਂ ਵਿੱਚ ਸਿਆਣਾ ਹੋਵੇ, 4 ਵੇਦ ਉਹਦੇ ਵਾਕ ਬਾਣੀ ਦੇ ਉੱਪਰ ਹੀ ਸਥਿਤ ਟਿਕੇ ਹੋਣ, ਭਾਵ ਚਾਰੇ ਕੰਠ ਹੋਣ ਵੇਦ। ਆਤਮ ਗਿਆਨ ਨਾ ਜਾਣਿਓ, ਪਰ ਜੇਕਰ ਆਤਮ ਕਹੀਏ ਆਪਣੇ ਆਤਮ ਸਰੂਪ ਦਾ, ਆਪਣੇ ਆਪੇ ਦਾ ਨੇ ਗਿਆਨ ਜਾਣਿਆ ਹੀ ਨਹੀਂ, ਉਸ ਮਨੁੱਖ ਨੇ ਜਾਣਨਾ ਹੀ ਨਹੀਂ ਕੀਤਾ ਜਿਉਂ, ਅਤੇ ਉਸਦੇ ਵੇਦ ਸ਼ਾਸਤਰ ਪੜ੍ਹੇ ਹੋਏ ਇਸ ਪ੍ਰਕਾਰ ਕਹਿੰਦੇ ਨਿਸਫਲ ਆ। ਇਸ ਤਰ੍ਹਾਂ ਦੇ ਆ ਕੀ ਕਿਸ ਕੰਮ ਹੈ ਦੱਸੋ। ਜਿਉਂ ਦਰਬੀ ਰਸ ਪਾਗ, ਜਿਉਂ ਕਹੀਏ ਜਿਵੇਂ ਦਰਬੀ ਕਹੀਏ ਕੜਛੀ, ਜਿਉਂ ਦਰਬੀ ਰਸ ਪਾਗ, ਜਿਵੇਂ ਕਹਿੰਦੇ ਦਰਬੀ ਜਿਹੜੀ ਕੜਛੀ ਆ, ਪਾਗ ਕਹੀਏ ਰਸੋਈ ਅੰਦਰ। ਵੇਖੋ 36 ਪ੍ਰਕਾਰ ਦੇ ਭੋਜਨ ਰਸਦਾਈ ਹੁੰਦੇ ਆ, ਅਤੇ ਉਹ ਪਾਕ ਰਸੋਈ ਜਿਹੜੀ ਰਸ, ਜਿਹਦੇ ਵਿੱਚ ਰਸ 36 ਪ੍ਰਕਾਰ ਦੇ ਭੋਜਨ ਪਦਾਰਥ ਬਣੇ ਹੋਏ ਆ, ਅਤੇ ਜੇ ਉਹ ਉਹਨਾਂ ਪਦਾਰਥਾਂ ਵਿੱਚ ਫਿਰਦੀ ਹੈ ਨਾ, ਅਤੇ ਫਿਰ ਹੀ ਉਹ ਉਹਨਾਂ ਦੇ ਰਸ ਤੋਂ ਖਾਲੀ ਰਹਿੰਦੀ ਹੈ। ਕੜਛੀਆਂ ਫਿਰਨ ਸੋ ਆਓ, ਨਾ ਜਾਣਨ ਸੁਣੀਆਂ, ਗੁਰਬਾਣੀ ਵਿੱਚ ਆਉਂਦਾ ਗੂਜੀ ਰਾਗ 'ਚ, ਕਿ ਉਹ ਕੜਛੀਆਂ ਫਿਰਦੀਆਂ ਰਹਿੰਦੀਆਂ ਪਦਾਰਥਾਂ ਵਿੱਚ, ਸਬਜ਼ੀਆਂ ਵਿੱਚ, ਬਸ ਆਪ ਖਾਲੀ ਰਹਿੰਦੀ, ਉਹ ਪੁੱਠੀ ਮਾਰੀ ਹੁੰਦੀ ਸਾਰਿਆਂ ਨੇ, ਉਹਦੇ ਵਿੱਚ ਕੱਖ ਨਹੀਂ ਹੁੰਦਾ। ਇਸ ਤਰ੍ਹਾਂ ਉਸ 'ਤੇ ਬੰਦੇ ਦੇ ਵੇਦ ਸ਼ਾਸਤਰ ਪੜ੍ਹੇ ਹੋਏ ਭਾਵੇਂ ਲੱਖਾਂ ਹੀ ਹੋਣ, ਕਿੰਨਾ ਗਿਆਨੀ ਹੋਵੇ, ਆਪ ਪੜ੍ਹ ਵੀ ਲਏ ਅਤੇ ਹੋਰਨਾਂ ਨੂੰ ਵੀ ਪੜ੍ਹਾ ਦਿੱਤੇ, ਪਰ ਉਹਨਾਂ ਦੇ ਉਪਦੇਸ਼ ਨੂੰ ਕਮਾਉਣਾ ਨਾ ਕੀਤਾ, ਮਤਲਬ ਅੰਤਰਾਤਮਿਕ ਗਿਆਨ ਨਾ ਹੋਇਆ, ਇਕੱਲੀ ਕਥਾ ਵਾਰਤਾ ਕਰ ਲਈ ਸਾਡੀ ਲੋਕਾਂ ਵਾਂਗ, ਅਤੇ ਉਹਨਾਂ ਦਾ ਜਿਵੇਂ ਤਾਂ ਕਹਿੰਦੇ ਇਸ ਤਰ੍ਹਾਂ ਵਿਅਰਥ ਆ ਕਿ ਜਿਵੇਂ ਕੜਛੀਆਂ ਸੁੰਜੀਆਂ ਫਿਰਦੀਆਂ ਰਸੋਈ ਵਿੱਚ ਰਹਿੰਦੀਆਂ ਹੋਈਆਂ, ਮਤਲਬ ਉਹਨਾਂ ਦੀ ਇਹੋ ਜਿਹੀ ਹਾਲਤ ਆ, ਆਪ ਰੱਬ ਦੇਸੇ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਇਹੋ ਜਿਹੇ ਲੋਕ, ਉਹਨਾਂ 'ਤੇ ਕੋਈ ਏਡੀ ਗੱਲ ਨਹੀਂ ਹੈਗੀ। ਆਤਮ ਗਿਆਨ ਨਾਲ, ਜਿਨ੍ਹਾਂ ਨੇ ਆਤਮ ਗਿਆਨ ਨਹੀਂ ਜਾਣਿਆ, ਆਪਣੇ ਆਪੇ ਦੇ ਸਰੂਪ ਦਾ ਗਿਆਨ ਨਹੀਂ ਜਾਣਿਆ, ਆਤਮ ਗਿਆਨੀ ਨਹੀਂ ਬਣੇ, ਉਹ ਜਿਵੇਂ ਕੜਛੀ ਆ ਪਾ ਕੇ ਕਈ ਰਸੋਈ ਦੇ ਵਿੱਚ ਬਣੇ ਹੋਏ ਪਦਾਰਥਾਂ ਦੇ ਰਸ ਵਿੱਚ ਤੁਰੀ ਫਿਰਦੀ ਹੈ, ਪਰ ਰਸ ਨਹੀਂ ਮਾਣ ਸਕਦੀ, ਇਸੇ ਤਰ੍ਹਾਂ ਹੀ ਉਹ ਆਤਮ ਰਸ ਲੈ ਨਹੀਂ ਸਕਦੇ। ਭਾਵੇਂ 6 ਸ਼ਾਸਤਰਾਂ ਵਿੱਚ ਸਿਆਣੇ ਆ, ਅਤੇ ਭਾਵੇਂ 4 ਵੇਦਾਂ ਉਹਨਾਂ ਦੀ ਜ਼ੁਬਾਨ ਦੇ ਉੱਤੇ ਟਿਕੇ ਹੋਏ ਆ, ਭਾਵ ਕੰਠ ਉਹਨਾਂ ਨੂੰ ਹੈਗੇ। ਹਾਂਜੀ, ਉਹ ਬ੍ਰਹਮਾਨੰਦ ਰੂਪੀ ਜਿਹੜਾ ਰਸ ਆ ਉਹ ਨਹੀਂ ਲੈ ਸਕਦੇ, ਕਿਉਂਕਿ ਬ੍ਰਹਮਾਨੰਦ ਨੂੰ ਤਾਂ ਤਤ ਵੇਦ 'ਤੇ ਹੀ ਲੈਂਦੇ ਆ, ਤਤ ਵੇਦ 'ਤੇ ਉਹਦੀ ਕਦਰ ਕਰਦੇ, ਉਹੀ ਜਾਣਦੇ। ਹਾਂਜੀ, ਸਭ ਸ਼ਾਸਤਰ, ਸ਼ਾਸਤਰ ਮਤਲਬ ਉਪਨਿਸ਼ਦਾਂ ਵੀ ਲਾ ਲਓ, ਮਤਲਬ ਜਿੰਨੇ ਵੀ ਗਿਆਨਮਈ ਜਿਹੜੇ ਗ੍ਰੰਥ ਆ ਉਹ ਸਾਰੇ ਲਾ ਲਓ। ਠੀਕ ਹੈ ਜੀ। ਪਾਕ ਰਸ, ਰਸ ਕਹੀਏ ਰਸਾਂ ਵਾਲੀ ਰਸੋਈ, ਇੱਦਾਂ ਵੀ ਲਾ ਲਓ। ਹਾਂਜੀ, 4 ਵੇਦ ਜਾਣਦਾ ਹੋਵੇ, ਥਿਤ ਵਾਕ ਜਿਹੜੇ ਵਿਆਕਰਨ ਦੇ ਵਾਕ ਉਹ ਵੀ ਇਹਦੇ ਸਥਿਤ ਹੋਣ, ਜ਼ੁਬਾਨ 'ਤੇ ਟਿਕੇ ਹੋਣ, ਕੰਠ ਹੋਣ, ਭਾਵ ਕੜਛੀਆਂ ਵਾਂਗ ਹੀ ਦਾ ਹਾਲ ਹੈ। ਦੋਹਰਾ ਗਿਰ ਗਿਰ ਮੈਂ ਮਾਨਕ ਨਹੀਂ, ਕਹਿੰਦੇ ਆ ਵੇਖੋ ਜਿਵੇਂ ਹਰ ਇੱਕ ਪਹਾੜ ਦੇ ਵਿੱਚ ਗਿਰ ਗਿਰ ਕੇ ਪਹਾੜ ਦੇ ਵਿੱਚ ਮਾਨਕ ਨਹੀਂ, ਭਾਵ ਮੋਤੀ ਲਾਲ ਰੰਗ ਦਾ ਰਤਨ ਹੁੰਦਾ ਮਾਨਕ, ਉਹ ਰਤਨ ਨਹੀਂ ਹੁੰਦਾ ਪਹਾੜ ਵਿੱਚ,
ਗਜ ਗਜ ਮੋਤੀ ਨਾਹੀਂ ਅਤੇ ਹਰੇਕ ਹਾਥੀ ਦੇ ਮੱਥੇ ਵਿੱਚ ਮੋਤੀ ਨਾਹੀਂ, ਮੋਤੀ ਨਹੀਂ ਹੁੰਦਾ ਜਿਹੜਾ ਸਵਾਂਤੀ ਬੂੰਦ ਬਣ ਕੇ ਬਣਦਾ। ਚੰਦਨ ਤਰ ਬਨ ਬਨ ਨਹੀਂ, ਫਿਰ ਚੰਦਨ ਜਿਹੜੇ ਬ੍ਰਿਸ਼ ਆ ਉਹ ਬਨ ਕੇ ਜੰਗਲ ਵਿੱਚ ਨਹੀਂ ਹੁੰਦੇ। ਸੰਤ ਨਾ ਪੁਰ ਮਾਹੇ, ਸੰਤ ਵੀ ਜਿਹੜੇ ਆ ਪੂਰੀ ਭਾਵ ਸ਼ਹਿਰ ਨਗਰ ਵਿੱਚ ਨਹੀਂ ਹੁੰਦੇ। ਹਾਂਜੀ, ਗਿਰ ਮੈਂ ਜੇ ਮਾਨਕ ਨਹੀਂ, ਕਿਉਂਕਿ ਜਿਸ ਪਹਾੜ 'ਚ ਮਾਨਕ ਹੁੰਦਾ ਹੈ ਉਹ ਵਰਗਾ ਹੋਰ ਕੋਈ ਪਹਾੜ ਨਹੀਂ ਹੈ। ਗਿਰ ਮੈਂ ਮਾਨਕ ਨਹੀਂ, ਇੱਦਾਂ ਵੀ ਅਰਥ ਲੱਗ ਜਾਂਦਾ ਵੀ ਜੇ ਗਿਰ ਮੈਂ ਮਾਨਕ, ਪਹਾੜ ਦੇ ਵਿੱਚ ਮਾਨਕ ਜਿਸ ਦੇ ਉਹਦੇ ਵਰਗਾ ਗਿਰ ਨਹੀਂ, ਹੋਰ ਕੋਈ ਪਹਾੜ ਨਹੀਂ ਹੈ। ਠੀਕ ਹੈ ਜੀ। ਗਜ ਗਜ ਮੋਤੀ ਨਾ ਹੈ, ਜਿਸ ਮੋਤੀ ਗਜ ਮੋਤੀ ਜਿਸ ਮੋਤੀ ਵਾਲਾ ਗਜ ਆ ਉਹਦੇ ਵਰਗਾ ਵੀ ਕੋਈ ਗਜ ਕਹੀਏ ਦੂਜਾ ਹਾਥੀ ਨਹੀਂ ਹੈ। ਚੰਦਨ ਤਰ ਬਨ ਨਹੀਂ, ਇਹ ਚੰਦਨ ਤਰ ਬ੍ਰਿਸ਼ ਜਿਸ ਜੰਗਲ ਵਿੱਚ ਆ ਉਸ ਜੰਗਲ ਵਰਗਾ ਵੀ ਦੂਜਾ ਕੋਈ ਜੰਗਲ ਨਹੀਂ, ਇੱਦਾਂ ਵੀ ਅਰਥ ਲੱਗ ਜਾਂਦਾ। ਸੰਤ ਨਾ ਪੁਰ ਮਾਹੇ, ਇਹ ਸੰਤ ਜਿਹੜੇ ਆ ਜਿਸ ਪੁਰੀ ਵਿੱਚ ਰਹਿੰਦੇ ਆ ਉਹਨਾਂ ਵਰਗੀ ਪੁਰੀ, ਸੰਤ ਪੁਰ ਮਾਹੇ ਨਾ ਪੁਰ, ਇੱਦਾਂ ਅਰਥ ਅਨਵੇਂ ਕਰਕੇ ਵੀ ਸੰਤ ਜਿਹੜੇ ਆ ਜਿਸ ਪੁਰੀ ਵਿੱਚ ਰਹਿੰਦੇ ਆ ਉਹਨਾਂ ਪੁਰੀਆਂ ਵਰਗੀ ਦੂਜੀ ਕੋਈ ਪੁਰੀ ਨਗਰ ਸ਼ਹਿਰ ਹੈ ਨਹੀਂ ਹੈ। ਇਹ ਜਿਹੜਾ ਪਿੱਛੇ ਜਿਹੜੇ ਮੋਤੀ ਆ ਨਾ, ਹਾਂਜੀ 6 ਥਾਵਾਂ 'ਚ ਮੋਤੀ ਨਿਕਲਦੇ ਆ, ਸਾਰਿਆਂ ਵਿੱਚੋਂ ਕੀਮਤੀ ਮੋਤੀ ਹਾਥੀ ਤੋਂ ਮਿਲਦਾ। ਕੇਲੇ ਵਿੱਚੋਂ, ਬਾਂਸ ਵਿੱਚੋਂ ਸਿੱਪੀਆਂ ਵਾਲੇ ਮੋਤੀ 6 ਥਾਵਾਂ ਤੋਂ ਮੋਤੀ ਨਿਕਲਦੇ ਮੰਨੇ ਆ, ਪਰ ਸਾਰਿਆਂ ਵਿੱਚੋਂ ਕੀਮਤੀ ਮੋਤੀ ਹਾਥੀ ਤੋਂ ਮਿਲਦਾ। ਠੀਕ ਹੈ ਜੀ। ਅਤੇ ਉਹ ਹਾਥੀ ਦੇ ਸਿਰ ਵਿੱਚ ਨਿਕਲਿਆ ਮੋਤੀ ਜਿਹੜਾ ਮੁਕਦਾ, ਕਵੀ ਇੱਕ ਮਲ ਨਾਥ ਜੀ ਹੋਏ ਆ, ਉਹ ਲਿਖਦੇ ਆ ਕਿ ਪ੍ਰਾਚੀਨ ਵਿਦਵਾਨਾਂ ਨੇ ਜਿਹੜੇ 8 ਸਥਾਨਾਂ ਤੋਂ 8 ਪ੍ਰਕਾਰ ਦੇ ਮੋਤੀ ਪੈਦਾ ਹੋਣੇ ਲਿਖੇ। ਗਜ, ਮੇਘ, ਵਰਾਹਕ ਸੂਰ, ਸ਼ੰਖ ਦੇ ਵਿੱਚੋਂ, ਚੌਥਾ ਇੱਕ ਮੱਛ ਦੇ ਵਿੱਚੋਂ, ਸਰਪ ਜਿਹੜਾ ਸੱਪ ਦੇ ਫਣ ਦੇ ਵਿੱਚੋਂ, ਫਿਰ ਸਿੱਪੀ ਜਿਹੜੀ ਹੈ ਸਮੁੰਦਰ ਕਿਨਾਰੇ ਹੁੰਦੀ, ਇੱਕ ਬਾਂਸ ਹੁੰਦਾ। ਹਾਂਜੀ, ਅਤੇ ਹਾਥੀ ਦੇ ਮੱਥੇ 'ਤੇ ਉਤਰਿਆ ਜਿਹੜਾ ਗੋਲ ਮਾਸ, ਹਾਂਜੀ ਉਹ ਮੋਤੀ ਹੁੰਦਾ। ਹਾਥੀ ਦੇ ਸਿਰ 'ਚ ਨਿਕਲਿਆ ਮੋਤੀ ਵਾਲਾ ਉੱਥੇ ਗੋਲ ਜਿਹਾ ਮਾਸ ਹੁੰਦਾ ਅਤੇ ਮੱਥੇ ਵਿੱਚ ਉੱਥੋਂ ਨਿਕਲਦਾ ਮੋਤੀ। ਸੋ ਇੱਥੇ ਸੰਤਾਂ ਦੀ ਮਹਿਮਾ ਵਿੱਚ ਹੀ ਦੋਹਰਾ ਲਿਖਿਆ ਬੜੇ ਖੋਜ ਮੁਤਾਬਕ। ਕਹਿੰਦੇ ਵੀ ਗਿਰ ਮੈਂ ਮਾਨਕ ਨਹੀਂ, ਸੰਤਾਂ ਦੀ ਏਡੀ ਦੁਰਲਭਤਾ ਕਥਨ ਕੀਤੀ ਆ ਕਿ ਵੇਖੋ ਗਿਰ ਪਹਾੜ ਹਰੇਕ ਪਹਾੜ ਦੇ ਵਿੱਚ ਨਾ ਮਾਨਕ ਨਹੀਂ ਹੁੰਦਾ, ਮੋਤੀ ਨਹੀਂ ਹੁੰਦਾ, ਅਤੇ ਗਜ ਮੋਤੀ ਨਾ ਹੈ। ਹਾਂਜੀ, ਜਿਵੇਂ ਮੋਤੀਆਂ ਵਾਲਾ ਪਰਬਤ ਕੋਈ ਵਿਰਲਾ ਹੁੰਦਾ, ਇਸੇ ਤਰ੍ਹਾਂ ਹਰੇਕ ਗਜ ਕਹੀਏ ਹਾਥੀ ਦੇ ਮਸਤਕ ਵਿੱਚ ਮੋਤੀ ਨਹੀਂ ਹੁੰਦਾ, ਕਿਸੇ ਵੇਲੇ ਹਾਥੀ ਦੇ ਮਸਤਕ ਵਿੱਚ ਹੀ ਮੋਤੀ ਹੁੰਦਾ, ਕਿਉਂਕਿ ਉਹ ਸਵਾਂਤੀ ਬੂੰਦ ਤੋਂ ਹੀ ਸਾਰੇ ਮੋਤੀ ਬਣਦੇ। ਜਿੰਨੇ ਵੀ 8 ਪ੍ਰਕਾਰ ਦੇ ਥਾਂ ਲਿਖੇ ਨਾ ਆਪਾਂ ਦੱਸੇ ਵੀ ਗਜ, ਮੇਘ ਕਹੀਏ ਬੱਦਲ, ਗਜ ਕਹੀਏ ਹਾਥੀ, ਵਰਾਹ ਕਹੀਏ ਸੂਰ, ਸ਼ੰਖ, ਮੱਛ, ਸੱਪ, ਸਿੱਪੀ ਅਤੇ ਬਾਂਸ, ਇਹ 8 ਚੀਜ਼ਾਂ ਭਾਵੇਂ ਲਿਖੀਆਂ ਉਂਝ 6 'ਚ ਦੱਸਿਆ, ਪਰ 8 'ਚ ਮੰਨਿਆ ਉਹ ਕਵੀ ਮਲ ਨਾਥ ਜੀ ਲਿਖਦੇ ਆ। ਹਾਂਜੀ, ਕਿ ਪ੍ਰਾਚੀਨ ਵਿਦਵਾਨਾਂ ਨੇ 8 ਸਥਾਨਾਂ ਦੇ ਅਤੇ 8 ਪ੍ਰਕਾਰ ਦੇ ਮੋਤੀ ਪੈਦਾ ਹੋਣੇ ਲਿਖੇ ਆ, ਅਤੇ ਉਹ ਸਾਰੇ ਸਵਾਂਤੀ ਬੂੰਦ ਜਿਹੜੀ ਹੈ ਨਾ, ਜਿਹਨੂੰ ਬਬੀਹਾ ਛਕਦਾ, ਉਹ ਤੋਂ ਹੀ ਇਹ ਪੈਦਾ ਹੁੰਦੇ। ਅਤੇ ਉਹ ਗਜ ਹਾਥੀ ਦੇ ਮੋਤੀ ਨਹੀਂ, ਕੋਈ ਵਿਰਲਾ ਹਾਥੀ ਹੁੰਦਾ। ਇਸੇ ਤਰ੍ਹਾਂ ਚੰਦਨ ਤਰ ਬਨ ਨਹੀਂ, ਇਹ ਜਿਹੜੇ ਚੰਦਨ ਦੇ ਜਿਹੜੇ ਬ੍ਰਿਸ਼ ਆ ਉਹ ਵੀ ਜੰਗਲ ਵਿੱਚ ਨਹੀਂ ਹੈਗੇ। ਹਾਂਜੀ, ਸੰਤ ਨਾ ਪੁਰ ਮਾਹੇ, ਇਸੇ ਤਰ੍ਹਾਂ ਪਰਮਾਤਮਾ ਦੀ ਬੰਦਗੀ ਵਾਲੇ ਸੰਤ ਵੀ ਸ਼ਾਂਤ ਚਿੱਤ ਮਹਾਤਮਾ, ਸਮਦਰਸ਼ੀ, ਨਿਮਰਤਾ ਤਿਆਗੀ, ਉਹ ਪੂਰੀ ਨਗਰਾਂ ਪਿੰਡਾਂ ਸ਼ਹਿਰਾਂ ਵਿੱਚ ਨਹੀਂ ਹੁੰਦੇ। ਉਂਝ ਵੇਖੋ ਲਿਬਾਸ ਨੂੰ ਧਾਰਨ ਵਾਲੇ ਭੇਖੀ ਸੰਤ ਬਹੁਤ ਆ,
ਪਰ ਸਿਮਰਨ ਵਿੱਚ ਚਿੱਤ ਟਿਕਾਉਣ ਵਾਲੇ ਕੋਈ ਵਿਰਲੇ ਹੁੰਦੇ ਹਨ। ਕੋਟਨ ਮੈਂ ਨਾਨਕ ਕਹੂ ਨਾਰਾਇਣ ਜੇ ਚੀਤ। ਹਾਂਜੀ, ਮਹਾਰਾਜ ਕਹਿੰਦੇ ਤੇਰਾ ਜਨ ਏਕ ਆਦ ਕੋਈ, ਤੇਰਾ ਜਨ ਕੋਈ ਇੱਕ ਅੱਧਾ ਹੀ ਹੈ। ਜਗ ਮੈਂ ਵਿਰਲੇ ਕਾਢੀ ਹੈ, ਇਸ ਤਰ੍ਹਾਂ ਜਗ ਮੈਂ ਉਤਮ ਕਾਢੀ ਹੈ, ਵਿਰਲੇ ਕਈ ਕੇ। ਠੀਕ ਹੈ ਜੀ, ਐਨ ਵਿਰਲੇ ਨਾਹੀਂ ਗਣੇ। ਸਾਰੇ ਸ਼ਹਿਰ ਪਿੰਡ ਪਿੰਡ ਸ਼ਹਿਰ ਸ਼ਹਿਰ ਸੰਤ ਨਹੀਂ ਹੈਗੇ, ਪਖੰਡ ਵਾਲੇ ਬਹੁਤ ਆ। ਚਾਣਕੇ ਨੀਤੀ ਵਿੱਚ ਵੀ ਲਿਖਿਆ, ਅਧਿਆਇ ਤੀਸਰੇ ਵਿੱਚ ਆਉਂਦਾ, ਸੈਲ ਸੈਲ ਮਾਨਕ ਨਹੀਂ, ਗਜ ਗਜ ਮੋਤੀ ਨਾਹੇ, ਬਨ ਬਨ ਮੈਂ ਚੰਦਨ ਨਹੀਂ, ਸਾਧਨਾ ਪੁਰ ਪੁਰ ਮਾਹੇ। ਇਹ ਦੋਹਰਾ ਪੂਰਾ ਮੇਲ ਖਾਂਦਾ ਪਵੇ ਜੀ। ਸੋ ਭੁੱਲਾਂ ਚੁੱਕਾਂ ਦੀ ਖੀਮਾ ਵਿਚਾਰਾਂ ਦੀ ਸਮਾਪਤੀ। ਗਿਰ ਗਿਰ ਮੈਂ ਮਾਨਕ ਨਹੀਂ, ਗਜ ਗਜ ਮੋਤੀ ਨਾਹੇ, ਚੰਦਨ ਤਰ ਬਨ ਬਨ ਨਹੀਂ, ਸੰਤਨਾ ਪੁਰ ਪੁਰ ਮਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।